ਨੈਣ ਬੁਲਾਏ ਸਮਾਗ ਸਕਾਈ। ਮ੍ਰਿਦਲ ਗਿਰਾ ਬੋਲੇ ਜਗ ਸਾਈ। ਇੰਦਰ ਸੈਨ ਮੰਜੀ ਅਵਲਿਜੈ। ਪੁਰਬ ਗੁਰ ਵੈ ਧਨ ਕਰਿਜੈ। ਚੌਕਈ ਨੈਣ ਬੁਲਾਏ ਸਮਾਗ ਸਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਪਤਿਤ ਪਾਵਨ ਭਗਤ ਵੈਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਖ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਦੇ ਉੱਤੇ ਗੁਰਦੁਆਰਾ ਸ਼ਹੀਦਾਂ ਵਿਖੇ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਉਪਰੰਤ ਨਿਤਨੇਮ ਦੇ ਮੁਤਾਬਕ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਜੀਵਨ ਇਤਿਹਾਸ ਦੀ ਕਥਾ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੁੰਦਿਆਂ ਹੋਇਆਂ ਸੰਸਾਰ ਦੇ ਵਿੱਚ ਨਾਨਕ ਨਾਮ ਧਰਾ ਕੇ ਜੀਵਾਂ ਦੀ ਕਲਿਆਣ ਕੀਤੀ। ਬਾਲ ਕੌਤਕ ਰਾਏ ਭੋਏ ਦੀ ਤਲਵੰਡੀ ਵਿਖੇ ਵਰਤਾਏ, ਉਪਰੰਤ ਸੁਲਤਾਨਪੁਰ ਵਿਖੇ ਮੋਦੀ ਖਾਨਾ ਚਲਾਇਆ। ਸਤਿਗੁਰੂ ਜੀ ਦਾ ਵਿਆਹ ਸ਼ਾਦੀ ਬੀਬੀ ਸੁਲੱਖਣੀ ਨਾਲ ਹੋਣੇ, ਘਰ ਵਿੱਚ 2 ਪੁੱਤਰਾਂ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਸਾਹਿਬਜ਼ਾਦਿਆਂ ਦਾ ਪ੍ਰਗਟ ਹੋਣਾ। ਉਪਰੰਤ ਸਤਿਗੁਰੂ ਨੇ ਵੇਈ ਨਦੀ ਰਾਹੀਂ ਪ੍ਰਵੇਸ਼ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਸੱਚਖੰਡ ਜਾ ਕੇ ਸੋਦਰ ਉਚਾਰਨ ਕਰਨਾ। ਮਹਾਮੰਤਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਲੈ ਕੇ ਆ ਕੇ ਸੰਸਾਰ ਦੇ ਵਿੱਚ ਮੂਲ ਮੰਤਰ ਦੀ ਬਖਸ਼ਿਸ਼ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਸਤਿਗੁਰੂ ਸਾਹਿਬ ਜੀ ਨੇ ਪ੍ਰਗਟ ਕੀਤੀ। ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਗੁਰਮੰਤਰ ਗੁਰੂ ਕੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਰਾਮਤਾ ਉਦਾਸੀਨਤਾ ਧਾਰਨ ਕਰਕੇ ਭਾਈ ਵਾਲੇ ਭਾਈ ਮਰਦਾਨੇ ਸਾਥੀਆਂ ਨੂੰ ਨਾਲ ਲੈ ਕੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰ ਰਹੇ ਹਨ। ਵੱਖ-ਵੱਖ ਜਗ੍ਹਾ ਦੇ ਉੱਤੇ ਜਗਿਆਸੂ ਜੀਵਾਂ ਨੂੰ ਤਾਰਦੇ ਹੋਏ, ਉਹਨਾਂ ਨੂੰ ਦਰਸ਼ਨ ਦਿੰਦੇ ਹੋਏ, ਭਾਵਨਾ ਨੂੰ ਪੂਰੀਆਂ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਪਟਨਾ ਸ਼ਹਿਰ ਬਿਸ਼ੰਬਰਪੁਰ, ਜਿਸ ਦਾ ਪਹਿਲਾ ਨਾਮ ਸੀ, ਇੱਥੇ ਸਾਲਸਰਾਏ ਜੌਹਰੀ ਨੂੰ ਸ਼ੁਭ ਉਪਦੇਸ਼ ਦੇ ਕੇ ਮੰਜੀ ਬਖਸ਼ਿਸ਼ ਕਰਕੇ ਅੱਗੇ ਸਮੁੰਦਰ ਦੇ ਰਸਤੇ ਰਾਹੀਂ ਵੱਧ ਰਹੇ ਹਨ। ਚਲਦਿਆਂ ਚਲਦਿਆਂ ਸਤਿਗੁਰੂ ਸਾਹਿਬ ਜੀ ਇੱਕ ਟਾਪੂ 'ਤੇ ਪਹੁੰਚੇ ਹਨ। ਇੱਥੇ ਭਾਈ ਮਰਦਾਨੇ ਨੇ ਆਪਣੀ ਭੁੱਖ ਜ਼ਾਹਰ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਭੁੱਖ ਬਹੁਤ ਲੱਗੀ ਹੈ, ਸ਼ਹਿਰ ਦੇ ਵਿੱਚ ਜਾ ਕੇ ਕੁਝ ਛਕ ਆਵਾਂ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨੇ, ਇੱਥੇ ਕਿਸ ਦੇ ਘਰ ਜਾਏਗਾ, ਕਿਸ ਦੇ ਘਰ ਜਾ ਕੇ ਭੋਜਨ ਛਕੇਗਾ? ਮਹਾਰਾਜ, ਮੈਨੂੰ ਤਾਂ ਕੁਝ ਪਤਾ ਨਹੀਂ, ਕੋਈ ਮੇਰਾ ਇੱਥੇ ਜਾਣ ਪਛਾਣ ਵਾਲਾ ਨਹੀਂ। ਆਪ ਜੀ ਜਿੱਥੇ ਹੁਕਮ ਕਰੋਗੇ, ਆਪ ਜੀ ਦੀ ਆਗਿਆ ਮੁਤਾਬਕ ਮੈਂ ਉੱਥੇ ਚਲਿਆ ਜਾਵਾਂਗਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ, ਇਸ ਨਗਰ ਦੇ ਵਿੱਚ ਅਸੀਮ ਫਲ ਨਾਂ ਦਾ ਜਿਹੜਾ ਇਹ ਸ਼ਹਿਰ ਹੈ, ਇੱਥੇ ਇੱਕ ਪਾਖਰ ਨਾਮ ਦਾ ਤਰਖਾਣ ਹੈ, ਉਹਦਾ ਸਪੁੱਤਰ ਹੈ ਝੰਡਾ ਵਾਢੀ। ਉਸ ਝੰਡੇ ਦੇ ਘਰ ਚਲਿਆ ਜਾ, ਉੱਥੇ ਜਾ ਕੇ ਭੋਜਨ ਪ੍ਰਸ਼ਾਦਾ ਛਕ ਕੇ ਆ। ਸਤਿਗੁਰੂ ਜੀ ਦੀ ਆਗਿਆ ਪਾ ਕੇ ਖੁਸ਼ੀ ਭਾਈ ਮਰਦਾਨਾ ਇਸ ਅਸੀਮ ਫਲ ਸ਼ਹਿਰ ਦੇ ਵਿੱਚ, ਨਗਰ ਦੇ ਵਿੱਚ ਪਹੁੰਚਿਆ। ਪੁੱਛਦਾ ਪਛਾਂਦਾ ਅੱਗੇ ਵੱਧਦਾ ਜਾਂਦਾ। ਇੱਕ ਕੋ ਅੱਗੇ ਜਾ ਕੇ ਇੰਦਰ ਸੈਨ ਨਾਂ ਦਾ ਇੱਕ ਵਿਅਕਤੀ ਇਸ ਨੂੰ ਮਿਲਦਾ ਹੈ। ਉਸ ਤੋਂ ਜਦ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਝੰਡੇ ਵਾਢੀ ਦਾ ਘਰ ਕਿੱਥੇ ਹੈ, ਤਾਂ ਉਹ ਕਹਿਣ ਲੱਗਾ ਵੀ ਝੰਡਾ ਵਾਢੀ ਇਸੇ ਨਗਰ ਵਿੱਚ ਹੀ ਰਹਿੰਦਾ ਹੈ, ਤੈਨੂੰ ਕੀ ਕੰਮ ਹੈ ਉਸ ਨਾਲ, ਤੂੰ ਕੌਣ ਹੈ, ਕਿੱਥੋਂ ਆਇਆ ਹੈ, ਕਿਉਂ ਮਿਲਣਾ ਹੈ? ਤਾਂ ਉਸ ਵੇਲੇ ਭਾਈ ਮਰਦਾਨੇ ਨੇ ਆਖਿਆ, ਬਈ ਮੈਨੂੰ ਤੂੰ ਉਸ ਦੇ ਘਰ ਲੈ ਚੱਲ, ਘਰ ਦੱਸ ਦੇ, ਜਿਸ ਕਾਰਜ ਵਾਸਤੇ ਮੈਂ ਆਇਆ ਹਾਂ। ਝੰਡਾ ਵਾਢੀ ਮੇਰੇ ਤੋਂ ਆਪੇ ਪੁੱਛ ਲਏਗਾ ਅਤੇ ਮੈਂ ਦੱਸ ਦੇਵਾਂਗਾ।
ਇਉਂ ਭਾਈ ਇੰਦਰ ਸੈਨ ਭਾਈ ਮਰਦਾਨੇ ਨੂੰ ਝੰਡੇ ਵਾਢੀ ਦੇ ਘਰ ਲੈ ਗਿਆ। ਇਹ ਘਰ ਦੇ ਵਿੱਚ ਬੈਠਾ ਹੋਇਆ ਮੰਜੀ ਬੁਣ ਰਿਹਾ ਸੀ। ਦੇਖ ਕੇ ਉੱਠ ਕੇ ਸਤਿਕਾਰ ਕੀਤਾ। ਸੋਹਣਾ ਪਲੰਘਾ ਭਾਈ ਮਰਦਾਨੇ ਦੇ ਆਦਰ ਸਤਿਕਾਰ ਵਾਸਤੇ ਡਾਹਿਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ, ਕਿੱਥੇ ਆਏ ਹੋ। ਭਾਈ ਮਰਦਾਨੇ ਨੇ ਦੱਸਿਆ ਕਿ ਮੈਂ ਸਤਿਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਮਰਦਾਨਾ ਹਾਂ। ਰਾਏ ਭੋਜ ਦੀ ਤਲਵੰਡੀ ਤੋਂ ਅਸੀਂ ਚੱਲੇ ਹਾਂ ਤੇ ਵੱਖ-ਵੱਖ ਦੇਸ਼ਾਂ ਵਸਾਂਤਰਾਂ ਦਾ ਭਰਮਣ ਕਰਦੇ ਹੋਏ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦੀ ਕਲਿਆਣ ਹਿੱਤ ਇੱਥੇ ਪਹੁੰਚੇ ਹਨ। ਨਗਰ ਦੇ ਬਾਹਰ-ਬਾਹਰ ਮੇਰਾ ਸਾਥੀ ਭਾਈ ਵਾਲਾ ਵੀ ਉਹਨਾਂ ਦੇ ਨਾਲ ਬੈਠਾ ਹੈ। ਤੋ ਇਸ ਵੇਲੇ ਸਾਧ ਸੰਗਤ ਜੀ, ਇਹ ਜਿਹੜਾ ਝੰਡਾ ਵਾਢੀ ਸੀ ਇਹਦੇ ਮਨ ਵਿੱਚ ਸ਼ਰਧਾ ਭਾਵਨਾ ਹੋਰ ਵੀ ਪ੍ਰਬਲ ਹੋ ਗਈ। ਸ਼ਰਧਾ ਭਾਵਨਾ ਵਾਲਾ ਪਹਿਲਾਂ ਹੀ ਬਹੁਤ ਸੀ। ਆਪਣੇ ਸਾਥੀ ਇੰਦਰ ਸੈਨ ਦੇ ਨਾਲ ਜਿਹੜਾ ਭਾਈ ਮਰਦਾਨੇ ਨੂੰ ਇਹਦੇ ਘਰ ਲੈ ਕੇ ਆਇਆ, ਇਕੱਠਿਆਂ ਬੈਠ ਕੇ ਇਹਨਾਂ ਨੇ ਭਗਤੀ ਕਰਨੀ, ਸੱਚ ਸਰੂਪ ਦੀ ਪਛਾਣ ਦੀ ਵਿਚਾਰ ਕਰਨੀ। ਉਹ ਸਤਸੰਗ ਕਰਿਆ ਕਰਦੇ ਸਨ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਦੋ ਭਾਵਨਾ ਵਾਲੇ ਜਗਿਆਸੂ ਮਿਲ ਕੇ ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦੀ ਵਿਚਾਰ ਕਰਦੇ ਹਨ, ਉਸੇ ਨੂੰ ਸਤਸੰਗ ਕਿਹਾ ਜਾਂਦਾ। ਬਹੁਤੇ ਇਕੱਠਾਂ ਦਾ ਨਾਂ ਸਤਸੰਗ ਨਹੀਂ ਹੁੰਦਾ, ਕਿਉਂਕਿ ਸਾਧ ਸੰਗਤ ਜੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਹੋਵੇ, ਭਾਵੇਂ ਦੋ ਹੀ ਮਿਲ ਕੇ ਕਰਨ, ਉਹ ਸਤਸੰਗ ਹੈ। ਸਤ ਦੀ ਵਿਚਾਰ ਹੋਵੇ ਤੇ ਜਿੱਥੇ ਸਾਧ ਸੰਗਤ ਭਾਵੇਂ ਲੱਖਾਂ ਕਰੋੜਾਂ ਦੀ ਗਿਣਤੀ ਕਿਉਂ ਨਾ ਹੋਵੇ, ਲੀਡਰਾਂ ਦੀਆਂ ਰੈਲੀਆਂ ਵਿੱਚ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਏਅਰਪੋਰਟਾਂ ਦੇ ਉੱਤੇ ਬਹੁਤ ਇਕੱਠ ਹੁੰਦੇ ਆ, ਭੀੜ ਇਕੱਠੀ ਹੁੰਦੀ ਹੈ, ਪਰ ਗੁਰੂ ਪਿਆਰਿਓ ਉਸ ਨੂੰ ਆਪਾਂ ਸਤਸੰਗ ਨਹੀਂ ਕਹਿੰਦੇ। ਇਸ ਕਰਕੇ ਸਤਸੰਗ ਕਦੇ ਵੀ ਇਕੱਠ ਦਾ ਵਾਚਕ ਨਹੀਂ ਸਮਝਣਾ। ਸਤਸੰਗ ਉਹ ਹੈ ਜਿੱਥੇ ਸਤ ਦੀ ਵਿਚਾਰ ਹੋਵੇ। ਸਤ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਅਸਤ ਨੂੰ ਛੱਡਣ ਦੀ ਗੱਲ ਹੋਵੇ, ਜਿਹੜਾ ਝੂਠਾ ਸੰਸਾਰ ਹੈ, ਵੀ ਪਦਾਰਥ ਹਨ। ਸੋ ਐਸੀ ਵਿਚਾਰ ਜਿੱਥੇ ਹੁੰਦੀ ਹੈ ਉਹਨੂੰ ਸਤਸੰਗ ਕਿਹਾ ਜਾਂਦਾ ਹੈ। ਸਤਸੰਗ ਕਰਿਆ ਕਰਦੇ ਉਸ ਵੇਲੇ ਭਾਈ ਮਰਦਾਨਾ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਝੰਡੇ ਵਾਢੀ ਨੇ ਆਪਣੀ ਘਰਵਾਲੀ ਨੂੰ ਹੁਕਮ ਕੀਤਾ। ਉਹ ਪ੍ਰਸ਼ਾਦਾ ਤਿਆਰ ਕਰਨ ਲੱਗ ਪਈ ਤੇ ਝੰਡਾ ਵਾਢੀ ਭਾਈ ਮਰਦਾਨੇ ਨੂੰ ਪੁੱਛਦਾ ਹੈ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਬੇਸ ਕਿਹੋ ਜਿਹਾ, ਉਹਨਾਂ ਨੂੰ ਕੀ ਛਕਣਾ ਛਕਾਉਣਾ ਪਸੰਦ ਹੈ। ਕੁਝ ਗੱਲਾਂ ਬਾਤਾਂ ਕਰਕੇ ਉਪਰੰਤ ਨਗਰ ਦੇ ਬਾਹਰ-ਬਾਹਰ ਜਿੱਥੇ ਸੋਹਣੇ ਬਾਗ ਬਗੀਚੇ, ਫੁੱਲ ਫਲਦਾਰ ਬੂਟੇ ਲੱਗੇ ਸਨ, ਉੱਥੇ ਗਿਆ। ਸੋਹਣੇ ਫੁੱਲ ਸਤਿਗੁਰੂ ਦੀ ਭੇਟਾ ਵਾਸਤੇ ਤੋੜੇ ਔਰ ਇਸ ਪ੍ਰਕਾਰ ਸੁੰਦਰ ਸਵਾਦਲੇ ਮਿੱਠੇ ਫਲ ਤੋੜ ਕੇ ਲੈ ਕੇ ਆ ਗਿਆ। ਇੰਨੀ ਦੇਰ ਤੱਕ ਘਰ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਹੋ ਗਿਆ ਸੀ। ਇੱਕ ਵੱਡੀ ਸਾਰੀ ਟੋਕਰੀ ਚੰਗੇਰ ਦੇ ਵਿੱਚ ਰੱਖ ਕੇ ਸਭ ਪਦਾਰਥ ਭਾਈ ਮਰਦਾਨੇ ਨੂੰ ਨਾਲ ਲੈ ਕੇ ਝੰਡਾ ਵਾਢੀ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੱਲ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਸਤ ਕਰਤਾਰ ਕਿਹਾ। ਸਤਿਗੁਰੂ ਨੇ ਆਸ਼ੀਰਵਾਦ ਦਿੱਤਾ, ਮਹਾਰਾਜ ਤੁਹਾਡੇ ਵਾਸਤੇ ਭੋਜਨ ਪ੍ਰਸ਼ਾਦਾ ਲੈ ਕੇ ਆਇਆ ਹਾਂ। ਸਤਿਗੁਰੂ ਕਹਿੰਦੇ ਭਾਈ 5 ਭਾਗਾਂ ਦੇ ਵਿੱਚ ਵੰਡ ਦੇ, 5 ਹਿੱਸਿਆਂ ਦੇ ਵਿੱਚ ਭੋਜਨ ਪ੍ਰਸ਼ਾਦਾ ਵੰਡਿਆ। ਕਹਿੰਦੇ ਇੱਕ ਭਾਗ, ਇੱਕ ਹਿੱਸਾ ਭਾਈ ਮਰਦਾਨੇ ਨੂੰ ਦੇ ਦੇ। ਮਰਦਾਨਾ ਕਹਿੰਦਾ ਮਹਾਰਾਜ ਪਹਿਲਾਂ ਆਪ ਜੀ ਛਕੋ। ਸਤਿਗੁਰੂ ਕਹਿੰਦੇ ਨਹੀਂ ਮਰਦਾਨਿਆ, ਤੈਨੂੰ ਭੁੱਖ ਲੱਗੀ ਆ, ਪਹਿਲਾਂ ਤੂੰ ਛਕ ਲਾ। ਬਚਨ ਮੰਨ ਕੇ ਭਾਈ ਮਰਦਾਨੇ ਨੇ ਰੱਜ ਕੇ ਭੋਜਨ ਛਕਿਆ। ਬਾਕੀ ਦੇ 4 ਹਿੱਸੇ ਜਿਹੜੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਉਸੇ ਤਰ੍ਹਾਂ ਪਏ ਹਨ। ਸਤਿਗੁਰੂ ਪੁੱਛਦੇ ਆ ਝੰਡੇ ਵਾਢੀ ਨੂੰ ਕਿ ਭਾਈ ਤੂੰ ਕਿਸ ਦੀ ਸੰਗਤ ਕਰਦਾ ਹੈ? ਕਹਿਣ ਲੱਗਾ ਮਹਾਰਾਜ ਮੇਰਾ ਇੱਕ ਦੋਸਤ ਮਿੱਤਰ ਇੰਦਰ ਸੈਨ ਆ, ਅਸੀਂ ਦੋਵੇਂ ਰਲ ਕੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ, ਨਾਮ ਜਪਦੇ ਹਾਂ। ਸਤਿਗੁਰੂ ਕਹਿੰਦੇ ਉਹਨੂੰ ਵੀ ਬੁਲਾ ਕੇ ਲੈ ਆ, ਫਿਰ ਆਪਾਂ ਇਕੱਠੇ ਭੋਜਨ ਪ੍ਰਸ਼ਾਦਾ ਛਕਦੇ ਹਾਂ। ਸਤਿਗੁਰੂ ਦਾ ਬਚਨ ਮੰਨ ਕੇ ਬਾਗ ਵਿੱਚ ਬੈਠੇ ਹੋਏ ਇੰਦਰ ਸੈਨ ਨੂੰ ਜਾ ਕੇ ਦੱਸਿਆ ਕਿ ਆਪਣੇ ਭਾਗ ਜਾਗ ਪਏ ਹਨ। ਜਿਸ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਆਪਾਂ ਪੂਰੇ ਗੁਰੂ ਦੀ ਉਡੀਕ ਕਰਦੇ ਸਾਂ, ਅੱਜ ਪੂਰਨ ਸੰਤ ਮਹਾਂਪੁਰਖ ਆਪਣੇ ਨਗਰ ਦੇ ਬਾਹਰ-ਬਾਹਰ ਆ ਕੇ ਬੈਠੇ ਹਨ। ਮੈਂ ਉਹਨਾਂ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਿਆ ਸੀ ਭਾਵਨਾ ਨਾਲ, ਪਰ ਉਹਨਾਂ ਨੇ ਤੈਨੂੰ ਵੀ ਯਾਦ ਕੀਤਾ, ਤੈਨੂੰ ਬੁਲਾਉਂਦੇ ਐ। ਵਚਨ ਕੀਤਾ ਕਿ ਇਕੱਠੇ ਬੈਠ ਕੇ ਭੋਜਨ ਛਕਾਂਗੇ, ਪ੍ਰਸ਼ਾਦਾ ਛਕਾਂਗੇ। ਇਹ ਵਚਨ ਸੁਣ ਕੇ ਬੜੀ ਖੁਸ਼ੀ ਇੰਦਰ ਸੈਨ ਝੰਡੇ ਵਾਢੀ ਦੇ ਨਾਲ ਚੱਲ ਕੇ ਆਇਆ। ਸਤਿਗੁਰੂ ਸਾਹਿਬ ਜੀ ਨੂੰ ਆ ਕੇ ਦੋਵਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਹਨਾਂ ਨੂੰ ਸ਼ੁਭ ਉਪਦੇਸ਼ ਦੇ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਸੋ ਇਸ ਪ੍ਰਕਾਰ ਸਾਰੀ ਰਾਤ ਬਤੀਤ ਹੋ ਗਈ। ਜਦੋਂ ਇੱਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸਾਹਿਬ ਜੀ ਨੇ ਉੱਠ ਕੇ ਇਸ਼ਨਾਨ ਕੀਤਾ ਹੈ। ਅਤੇ ਇਹ ਜਿਹੜਾ ਇੰਦਰਸੈਨ ਅਤੇ ਝੰਡਾ ਬਾਢੀ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੀ ਐਸੀ ਸਮਾਧੀ ਲੱਗੀ, ਸਾਰੀ ਰਾਤ ਇਹ ਸਮਾਧੀ ਦੇ ਵਿੱਚ ਬੈਠੇ ਨਾਮ ਜਪਦੇ ਰਹੇ। ਸਵੇਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਨਾਨ ਪਾਨ ਕਰਕੇ ਜਿਵੇਂ ਇਹਨਾਂ ਦੀ ਸਮਾਧੀ ਖਿਲਾਉਣਗੇ, ਸਮਾਧੀ ਤੋਂ ਇਹਨਾਂ ਨੂੰ ਉਥਾਨ ਕਰਕੇ ਜਿਵੇਂ ਅੱਗੇ ਬਚਨ ਕਰਨਗੇ, ਉਹ ਪ੍ਰਸੰਗ ਜਿਵੇਂ ਆ ਰਿਹਾ ਹੈ, ਰਹਿੰਦਾ ਪ੍ਰਸੰਗ, ਰਹਿੰਦਾ ਅਧਿਆਏ। ਆਓ ਬੜੇ ਪਿਆਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਜੀਵਨ ਦਾ ਭਾਵਨਾ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤਨੈ ਬੁਲਾਏ ਸਮਾਧ ਛੁਟਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੋਵਾਂ ਨੂੰ ਬੁਲਾ ਕੇ ਇਹਨਾਂ ਨੂੰ ਸਮਾਧੀ ਤੋਂ ਉਥਾਨ ਕੀਤਾ। ਬਹੁਤ ਹੀ ਮਿੱਠੀ ਬਾਣੀ, ਮਿੱਠੇ ਬੋਲ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਬੋਲੇ। ਇਹ ਭਾਈ ਇੰਦਰਸੈਨ, ਹੁਣ ਤੈਨੂੰ ਅਸੀਂ ਮੰਜੀ ਦੀ ਬਖਸ਼ਿਸ਼ ਕਰਨ ਲੱਗੇ ਹਾਂ। ਸਾਡੇ ਪਾਸੋਂ ਤੂੰ ਗੱਦੀ ਮੰਜੀ ਲੈ ਲੈ। ਇਹ ਗੁਰਤਾ ਗੱਦੀ ਨਹੀਂ, ਗੁਰਮੁਖਤਾਈ ਦੀ ਗੱਦੀ, ਕਿਉਂਕਿ ਗੁਰਮੁਖ ਦੀ ਪਦਵੀ ਬਹੁਤ ਉੱਚੀ ਹੈ। ਆਪਣੇ ਇਸ ਬ੍ਰਹਮ ਗਿਆਨੀ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਲੱਗੇ ਹਨ ਕਿ ਭਾਈ ਆਪ ਵੀ ਨਾਮ ਜਪਣਾ ਅਤੇ ਦੂਜੀਆਂ ਸੰਗਤਾਂ ਨੂੰ ਜੋ ਤੇਰੀ ਸੰਗਤ ਵਿੱਚ ਆ ਕੇ ਮਿਲ ਬੈਠਣ, ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ। ਇਹ ਜ਼ਿੰਮੇਵਾਰੀ ਦੀ ਮੰਜੀ ਬਖਸ਼ਣ ਲੱਗੇ ਹਨ। ਨਗਰ ਦੇ ਵਿੱਚ ਨਗਰ ਦਾ ਪੂਜਨੀਕ ਧਾਰਮਿਕ ਪੁਰਸ਼ ਹੋ ਕੇ ਇੱਥੇ ਹੀ ਰਹਿਣਾ ਕਰ। ਇੰਦਰਸੈਨ ਨੇ ਦੋਵੇਂ ਹੱਥ ਬੰਨ੍ਹ ਕੇ ਸਤਿਗੁਰੂ ਜੀ ਨੂੰ ਬਿਨੈ ਨਿਵੇਦਨ ਕੀਤਾ। ਇਹ ਕਰਤਾ ਪੁਰਖ ਅਕਾਲ ਪੁਰਖ ਦੇ ਸਰੂਪ ਗੁਣਾਂ ਦੀ ਖਾਣ ਸਤਿਗੁਰੂ ਜੀਓ। ਮਹਾਰਾਜ ਆਪ ਜੀ ਨੇ ਕਿਰਪਾ ਬਹੁਤ ਕਰ ਦਿੱਤੀ ਹੈ। ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਰਹੀ ਕਿ ਮੈਂ ਹੁਣ ਅੱਗੇ ਬੋਲ ਕੇ ਸੰਗਤ ਨੂੰ ਜੋੜਾਂ, ਦੱਸਾਂ ਅਤੇ ਨਗਰ ਦੇ ਵਿੱਚ ਮੈਂ ਮਾਣ ਸਤਿਕਾਰ ਪ੍ਰਾਪਤ ਕਰਾਂ। ਆਪ ਜੀ ਜਿਸ ਪ੍ਰਕਾਰ ਦੀ ਆਗਿਆ ਕਰ ਰਹੇ ਹੋ, ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਇਹ ਜਾਣ ਗਿਆ ਹਾਂ, ਇਹ ਸੋਝੀ ਪ੍ਰਾਪਤ ਕਰ ਲਈ ਹੈ ਕਿ ਤਿੰਨੇ ਕਾਲਾਂ ਦੇ ਵਿੱਚ, ਭੂਤ ਕਾਲ, ਭਵਿੱਖਤ ਕਾਲ, ਵਰਤਮਾਨ ਕਾਲ ਦੇ ਵਿੱਚ ਜਗ ਜਾਨੋ ਨਾਹੀ, ਜਾਣੀ ਜਗ ਹੈ ਨਹੀਂ ਹੈ। ਸੰਸਾਰ ਜਿਹੜਾ ਨਾਸ਼ਵੰਤ ਹੈ। ਜਿਵੇਂ ਕੱਜਲ ਦੇ ਵਿੱਚ, ਸੁਰਮੇ ਦੇ ਵਿੱਚ ਕਾਲਾਪਣ ਹੁੰਦਾ ਹੈ, ਮਹਾਰਾਜ ਇਸੇ ਪ੍ਰਕਾਰ ਮੈਂ ਜਾਣ ਲਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ, ਹਰ ਜਗ੍ਹਾ ਵਸਦਾ ਹੈ। ਐਸੀ ਜਿਹੜੀ ਵਿਵੇਕ ਬੁੱਧੀ ਗਿਆਨ ਦਾ ਜਿਹੜਾ ਮਹਾਨ ਆਸ਼ੀਰਵਾਦ, ਮਹਾਨ ਬਖਸ਼ਿਸ਼ ਮੈਂ ਆਪ ਜੀ ਪਾਸੋਂ ਪ੍ਰਾਪਤ ਕਰ ਚੁੱਕਿਆ ਹਾਂ। ਜਦੋਂ ਐਸਾ ਦ੍ਰਿੜ ਨਿਸ਼ਚਾ, ਦ੍ਰਿੜ ਵਿਸ਼ਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਜਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਨਾਲ ਦੇ ਸਾਥੀ ਝੰਡੇ ਬਾਢੀ ਨੂੰ ਫਿਰ ਸਾਧ ਸੰਗਤ ਜੀ ਜ਼ਿੰਮੇਵਾਰੀ ਦੀ ਗੁਰਮਤਿ ਪ੍ਰਚਾਰ ਦੀ ਮੰਜੀ ਗੱਦੀ ਤੇ ਬਿਠਾ ਦਿੱਤਾ। ਸਾਰੇ ਦੇਸ਼ ਦਾ, ਸਾਰੇ ਇਲਾਕੇ ਦਾ ਪੂਜਨੀਕ ਬਣਾ ਕੇ ਆਗਿਆ ਦੇ ਕੇ ਸਤਿਗੁਰੂ ਜੀ ਨੇ ਨਗਰ ਵਿੱਚ ਭੇਜ ਦਿੱਤਾ ਕਿ ਝੰਡੇ ਬਾਢੀ, ਅੱਜ ਤੋਂ ਤੂੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਮਿਸ਼ਨ ਦੀ, ਅਕਾਲ ਪੁਰਖ ਵਾਹਿਗੁਰੂ ਦੇ ਧਰਮ ਦੀ ਅਗਾਂਹ ਲੋਕਾਂ ਨੂੰ ਸਿੱਖਿਆ ਦੇਣੀ ਹੈ, ਪ੍ਰਚਾਰ ਕਰਨਾ ਹੈ। ਸਾਰੇ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਇਹ ਗੱਲ ਪ੍ਰਗਟ ਪ੍ਰਤੱਖ ਹੋ ਗਈ। ਮਨੁੱਖ ਆਪਸ ਦੇ ਵਿੱਚ ਪਰਸਪਰ ਹੀ ਮਿਲ ਕੇ ਗੱਲਾਂ ਬਾਤਾਂ ਕਰਦੇ ਹਨ ਕਿ ਸੁਦਰਸੈਨ ਜਿਹੜਾ ਰਾਜਾ ਹੈ ਇਸ ਨਗਰ ਦਾ, ਉਸ ਦੇ ਕੋਲ ਵੀ ਜਾ ਖਬਰ ਪਹੁੰਚੀ। ਕੀ ਖਬਰ ਪਹੁੰਚੀ ਕਿ ਕੋਈ ਇੱਕ ਤਪਾ ਸਾਧੂ ਨਗਰ ਦੇ ਬਾਹਰ-ਬਾਹਰ ਬੈਠਾ ਹੈ।
ਸਤਿਗੁਰੂ ਨਾਨਕ ਦੇਵ ਜੀ ਨੂੰ ਨਾਨਕ ਤਪਾ ਕਿਹਾ ਕਰਦੇ ਸਨ ਲੋਕ। ਝੰਡੇ ਕੋ ਸਤਿਗੁਰੂ ਬਣਾਇਆ। ਔਰ ਜਿਹੜਾ ਝੰਡਾ ਵਾਢੀ ਤਰਖਾਣ ਹੈ ਆਪਣੇ ਨਗਰ ਦਾ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਜਣ ਯੋਗ ਬਣਾ ਦਿੱਤਾ ਹੈ। ਸੁਣ ਕੇ ਇਸ ਰਾਜੇ ਸੁਦਰਸੈਨ ਨੇ ਆਪਣਾ ਇੱਕ ਬੰਦਾ ਭੇਜਿਆ। ਉਸ ਵੇਲੇ ਝੰਡਾ ਵਾਢੀ ਤੇ ਇੰਦਰਸੈਨ ਦੋਵੇਂ ਸਤਿਗੁਰੂ ਜੀ ਦੇ ਕੋਲ ਬੈਠੇ ਸਨ। ਬੈਠੇ ਹੋਏ ਸਤਿਗੁਰੂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਰਹੇ ਸਨ। ਜਿਹੜਾ ਮਨੁੱਖ ਰਾਜੇ ਨੇ ਭੇਜਿਆ ਉਹ ਬੰਦੇ ਨੇ ਆ ਕੇ ਵਚਨ ਆਖਿਆ। ਜਿਵੇਂ ਹੁਣ ਰਾਜਿਆਂ ਦੇ ਸਿਪਾਹੀ, ਸਰਕਾਰ ਦੇ ਬੰਦੇ, ਪੁਲਿਸ ਵਾਲੇ, ਫੌਜ ਵਾਲੇ ਆ ਕੇ ਜਿਵੇਂ ਉਹ ਬੋਲਦੇ ਹੁੰਦੇ, ਉਵੇਂ ਕੁਰਖਤ ਜੀ ਬੋਲੀ ਦੇ ਵਿੱਚ ਆ ਕੇ ਕਹਿਣ ਲੱਗਾ, ਤੁਹਾਡੇ ਦੇ ਵਿੱਚੋਂ ਤਪਾ ਕੌਣ ਕਹਾਉਂਦਾ ਹੈ? ਜਿਸ ਦਾ ਨਾਮ ਸ਼੍ਰੀ ਨਾਨਕ ਹੈ। ਕਹਿੰਦਾ ਰਾਜੇ ਨੇ ਬੁਲਾਇਆ ਉਸ ਨੂੰ, ਹੁਣੇ ਚੱਲੋ। ਉਸ ਵੇਲੇ ਇੰਦਰਸੈਨ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਾਸਤੇ ਸਤਿਕਾਰਯੋਗ ਸ਼ਬਦ ਨਹੀਂ ਬੋਲ ਰਿਹਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕਾ ਤਾਂ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ, ਪਰ ਸਾਧੂ ਮਹਾਤਮਾ ਰੱਬ ਦੇ ਪਿਆਰੇ ਹੋਣ, ਉਹਨਾਂ ਦੇ ਨਾਲ ਤਾਂ ਬਹੁਤ ਹੀ ਹਲੀਮੀ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਪੇਸ਼ ਆਉਣਾ ਚਾਹੀਦਾ। ਸੋ ਇੰਦਰਸੈਨ ਉਸ ਵੇਲੇ ਬੋਲਿਆ ਕਿ ਨਰਦ ਜਿਹੜਾ ਨਰਾਂ ਦਾ ਨਾਥ ਰਾਜਾ ਹੈ ਨਗਰ ਦਾ, ਮੈਂ ਉਸ ਦੇ ਕੋਲ ਜਾਵਾਂਗਾ। ਉਸ ਨੂੰ ਮੈਂ ਸਾਰੇ ਤਰੀਕੇ ਦੇ ਨਾਲ ਮਰਿਆਦਾ ਦੇ ਸਹਿਤ ਸਮਝਾਵਾਂਗਾ ਕਿ ਕਿਵੇਂ ਮਹਾਂਪੁਰਖਾਂ ਦਾ ਸਤਿਕਾਰ ਕਰੀਦਾ ਹੈ, ਕਿਵੇਂ ਉਹਨਾਂ ਨੂੰ ਆਪਣੇ ਕੋਲ ਨਹੀਂ ਬੁਲਾਈਦਾ, ਸਗੋਂ ਬੇਨਤੀ ਕਰੀਦੀ ਹੈ ਜਾ ਕੇ। ਫਿਰ ਮਹਾਰਾਜ ਮੈਂ ਵਾਪਸ ਆਪ ਜੀ ਦੇ ਕੋਲ ਚੱਲ ਆਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇੰਦਰਸੈਨ ਤੂੰ ਕਿਉਂ ਉੱਠ ਖੜਾ ਹੋਇਆ, ਕਿਉਂ ਚੱਲਿਆ ਹੈ? ਸਾਨੂੰ ਦੁਨੀਆ ਦੇ ਲੋਕਾਂ ਦੇ ਕਿਸੇ ਮਾਣ ਸਤਿਕਾਰ ਦੀ ਲੋੜ ਨਹੀਂ, ਤੂੰ ਸਾਡੇ ਕੋਲ ਇੱਥੇ ਹੀ ਬੈਠਾ ਰਹਿ। ਉਸ ਵੇਲੇ ਇੰਦਰਸੈਨ ਨੇ ਵਚਨ ਆਖਿਆ, ਇਹ ਮੁਕਤੀ ਦੇ ਦਾਤੇ ਸ੍ਰੇਸ਼ਟ ਸਤਿਗੁਰੂ ਜੀ ਸੁਣੋ। ਜਿਹੜਾ ਰਾਜਾ ਸੁਦਰਸੈਨ ਹੈ ਨਾ ਇਸ ਨਗਰ ਦਾ, ਉਹ ਮੇਰਾ ਮਾਮਾ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹ ਆਪ ਜੀ ਦਾ ਭੇਦ ਨਹੀਂ ਜਾਣ ਸਕਿਆ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ। ਤੁਹਾਡੇ ਮਾਣ ਸਤਿਕਾਰ ਬਾਰੇ ਉਸ ਨੂੰ ਪਤਾ ਨਹੀਂ। ਮੈਨੂੰ ਆਪ ਜੀ ਆਗਿਆ ਦਿਓ, ਜਾ ਕੇ ਉਸ ਨੂੰ ਮੈਂ ਸਮਝਾ ਦੇਵਾਂ। ਮਹਾਰਾਜ ਆਪ ਜੀ ਨੂੰ ਤਾਂ ਆਦਰ ਸਤਿਕਾਰ ਦੀ ਲੋੜ ਨਹੀਂ, ਆਪ ਜੀ ਸਮਝਦੇ, ਪਰ ਮਹਾਰਾਜ ਜੀਵਾਂ ਦਾ ਭਲਾ ਤਾਂ ਹੀ ਹੋਣਾ ਨਾ ਜੇ ਆਪ ਜੀ ਦਾ ਆਦਰ ਸਤਿਕਾਰ ਕਰਨ। ਇਸ ਕਰਕੇ ਮੈਂ ਜਾ ਕੇ ਆਪਣੇ ਮਾਮੇ ਨੂੰ ਸਮਝਾਉਂਦਾ ਹਾਂ ਤਾਂ ਕਿ ਉਹਦਾ ਵੀ ਭਲਾ ਹੋ ਜਾਵੇ। ਐਸੀ ਰੀਤੀ ਮਰਿਆਦਾ ਉਸ ਨੂੰ ਦੱਸਾਂਗਾ। ਸਤਿਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਆਪਣੇ ਮਾਮੇ ਰਾਜੇ ਦੇ ਕੋਲ ਚਲਿਆ ਗਿਆ ਇੰਦਰਸੈਨ, ਔਰ ਮਿਲ ਕੇ ਐਸੇ ਵਚਨ ਉਚਾਰਦਾ ਹੈ ਕਿ ਹੇ ਮਾਮਾ ਜੀ, ਹੇ ਰਾਜਾ ਸਾਹਿਬ, ਜਿਹੜੇ ਸੰਤ ਮਹਾਂਪੁਰਖ ਬਾਹਰ ਆਏ ਹਨ ਨਾ, ਉਹਨਾਂ ਦੇ ਉੱਤੇ ਹੁਕਮ ਨਾ ਕਰ ਤੂੰ। ਰੱਬ ਦੇ ਪਿਆਰਿਆਂ ਨੂੰ, ਮਹਾਂਪੁਰਖਾਂ ਨੂੰ ਹੁਕਮ ਨਹੀਂ ਕਰੀਦਾ, ਬੇਨਤੀਆਂ ਕਰੀਦੀਆਂ। ਤੂੰ ਬੇਨਤੀ ਕਰ, ਉਹਨਾਂ ਦੀ ਜਾ ਕੇ ਸ਼ਰਨ ਗ੍ਰਹਿਣ ਕਰ ਲੈ। ਔਰ ਉਹ ਕੋਈ ਪਖੰਡੀ ਸਾਧ ਨਹੀਂ ਹੈ, ਐਵੇਂ ਚੋਲਾ ਪਾ ਕੇ ਤੁਰਿਆ ਫਿਰਦਾ। ਉਹਨਾਂ ਨੂੰ ਜਾਣ ਲੈ ਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਹਨ। ਉਸ ਗੁਰੂ ਦੇ ਵਿੱਚ ਐਸੀ ਸਮਰੱਥਾ ਹੈ ਕਿ ਊਣਿਆਂ ਨੂੰ, ਖਾਲੀਆਂ ਨੂੰ ਭਰ ਦੇਵੇ ਤੇ ਭਰਿਆ ਹੋਇਆਂ ਨੂੰ ਊਣੇ ਕਰ ਦੇਵੇ, ਖਾਲੀ ਕਰ ਦੇਵੇ। ਐਸੀ ਸਮਰੱਥਾ ਉਸ ਗੁਰੂ ਵਿੱਚ ਹੈ। ਉਜੜੇ ਹੋਇਆਂ ਨੂੰ ਵਸਾ ਦੇਵੇ ਤੇ ਵਸਦਿਆਂ ਹੋਇਆਂ ਨਗਰਾਂ ਨੂੰ ਖਾਲੀ ਕਰ ਦੇਵੇ।
ਇਹ ਗੁਰੂ ਦੇ ਵਿੱਚ ਸਮਰੱਥਾ ਸ਼ਕਤੀ ਹੈ। ਲਗਤੇ ਬੜਤੇ ਲਕਸ਼ਣ ਮੈਂ ਛੋਟਿਆਂ ਤੋਂ ਬਹੁਤ ਵੱਡੇ ਕਰ ਦੇਵੇ ਇੱਕ ਪਲ ਦੇ ਵਿੱਚ, ਤੇ ਵੱਡਿਆਂ ਤੋਂ ਇੱਕ ਪਲ ਵਿੱਚ ਛੋਟੇ ਵੀ ਕਰ ਸਕਦਾ ਹੈ। ਆਸ ਸਮਰੱਥ ਸਮਝੋ ਨਿਰਭ ਮਨ ਮੈਂ हे ਰਾਜਾ, हे ਮਾਮਾ ਜੀ, ਗੁਰੂ ਸਾਹਿਬ ਨੂੰ ਐਸਾ ਸਮਰੱਥ ਸਮਝ ਲਓ ਮਨ ਦੇ ਵਿੱਚ। ਗੁਰਬਾਣੀ ਦੇ ਵਿੱਚ ਵੀ ਸਾਧ ਸੰਗਤ ਜੀ ਬਚਨ ਆਉਂਦੇ ਹਨ, ਰੀਤੇ ਭਰੇ ਸਖਨਾਵੈ ਯਹ ਤਾਕੋ ਵਿਵਹਾਰੇ, ਛਿਨ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ। ਉਹ ਪਲ ਦੇ ਵਿੱਚ ਵੀ ਰਾਜਿਆਂ ਤੋਂ ਰੰਕ ਗਰੀਬ ਕੰਗਲੇ ਕਰ ਦੇਵੇ ਤੇ ਕੰਗਲਿਆਂ ਨੂੰ ਰਾਜ ਭਾਗ ਬਖਸ਼ ਦੇਵੇ। ਜਿਵੇਂ ਆਪਾਂ ਪਿਛਲੇ ਦਿਨੀ ਸਾਖੀ ਸੁਣੀ ਸੀ, ਹੋਲਾਂ ਭੇਟਾ ਕਰਨ ਵਾਲੇ ਬਾਲਕ ਦੀ, ਉਹ ਗਰੀਬ ਆਜੜੀ ਨੂੰ ਸਤਿਗੁਰੂ ਜੀ ਨੇ ਇੱਕ ਪਲ ਦੇ ਵਿੱਚ ਹੀ ਬਚਨ ਕਰਕੇ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਸੀ। ਸੱਥਰ ਤੇਰਾ ਲੇਪ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਤੂੰ ਆਓ ਬਹੁ ਸੁਲਤਾਨ। ਸਤਵੇਂ ਪਾਤਸ਼ਾਹ ਗੁਰੂ ਹਰਰਾਜ ਸਾਹਿਬ ਮਹਾਰਾਜ ਜਿਸ ਵੇਲੇ ਮਾਲਵੇ ਦੀ ਧਰਤੀ ਨੂੰ ਤਾਰਨ ਵਾਸਤੇ ਗਏ ਹਨ ਮਾਲਵੇ ਵਿੱਚ, ਉਸ ਵੇਲੇ ਸਾਧ ਸੰਗਤ ਜੀ ਆ ਜਿਹੜੇ ਪਟਿਆਲੇ ਵਾਲੇ ਰਾਜੇ ਆ, ਇਹਨਾਂ ਦੇ ਵੱਡੇ ਵਡੇਰੇ ਬਾਬਾ ਕਾਲਾ ਜੀ ਸਨ ਇਹਨਾਂ ਦੇ, ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ, ਕਿਉਂਕਿ ਇਹ ਰਾਜ ਭਾਗ ਜਿਹੜੇ ਸਾਰੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਇਹਨਾਂ ਕੋਲ। ਤੋਂ ਪਹਿਲਾਂ ਟੱਪਰੀ ਵਾਸ ਜਿਵੇਂ ਆ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ, ਇਹਨਾਂ ਵਾਂਗੂ ਕਦੇ ਕਿਸੇ ਪਿੰਡ ਜਾ ਬੈਠਣਾ, ਕਦੇ ਕਿਸੇ ਪਿੰਡ ਜਾ ਬੈਠਣਾ, ਇਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਸੀ। ਸਤਿਗੁਰੂ ਸਾਹਿਬ ਜੀ ਕੋਲ ਸ਼ਰਧਾ ਭਾਵਨਾ ਨਾਲ ਜਿਸ ਵੇਲੇ ਜਾ ਕੇ ਮੱਥਾ ਟੇਕਿਆ, ਨਾਲ ਇਹਦੇ ਭਤੀਜੇ ਲੋਹੀਆ ਤੇ ਸੰਦਲੀ ਸਨ। ਲੋਹੀਆ ਤੇ ਸੰਦਲੀ, ਇੱਕ ਨੂੰ ਉਂਗਲੀ ਨਾਲ ਲਾਇਆ ਹੋਇਆ ਤੇ ਦੂਜੇ ਨੂੰ ਗੋਦ ਚੁੱਕਿਆ ਹੋਇਆ। ਕਾਲਾ ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ, ਹੇਠਾਂ ਖੜੇ ਹੋਏ ਬਾਲਕ ਨੇ ਢਿੱਡ ਵਜਾਇਆ, ਜਿਵੇਂ ਬੱਚੇ ਢਿੱਡ ਤੇ ਹੱਥ ਮਾਰਨਾ ਸ਼ੁਰੂ ਕਰ ਦਿੰਦੇ ਆ। ਸੱਤਵੇਂ ਪਾਤਸ਼ਾਹ ਪੁੱਛਦੇ ਆ, ਕਹਿੰਦੇ ਕਾਲਿਆ ਆ ਬਾਲਕ ਢਿੱਡ ਕਿਉਂ ਵਜਾਉਂਦਾ? ਮਹਾਰਾਜ ਢਿੱਡੋਂ ਭੁੱਖਾ, ਖਾਣ ਨੂੰ ਰੋਟੀ ਨਹੀਂ ਮਿਲਦੀ, ਇਸ ਕਰਕੇ ਢਿੱਡ ਵਜਾਉਂਦਾ। ਸੱਤਵੇਂ ਪਾਤਸ਼ਾਹ ਕਹਿੰਦੇ ਕਾਲਿਆ ਇਉਂ ਨਾ ਕਹੇ, ਇਹ ਤਾਂ ਰਿਆਸਤਾਂ ਦੇ ਰਾਜ ਭਾਗ ਦੇ ਮਾਲਕ ਹੋਣਗੇ, ਇਹਨਾਂ ਦੇ ਘੋੜੇ ਜਮਨਾ ਜਾ ਕੇ ਪਾਣੀ ਪੀਆ ਕਰਨਗੇ, ਐਡਾ ਵੱਡਾ ਰਾਜ ਭਾਗ ਇਹਨਾਂ ਦਾ ਹੋਵੇਗਾ। ਔਰ ਇਲਾਕਿਆਂ ਦੇ ਵੱਖ-ਵੱਖ ਖੇਤਰਾਂ ਦੇ ਇਹ ਚੌਧਰੀ ਰਾਜੇ ਮਹਾਰਾਜੇ ਹੋਣਗੇ। ਉਹ ਬਖਸ਼ਿਸ਼ਾਂ ਸਾਧ ਸੰਗਤ ਜੀ ਪਟਿਆਲੇ ਵਾਲੇ ਘਰਾਣੇ ਦੇ ਉੱਤੇ ਅੱਜ ਤੱਕ ਬਰਕਰਾਰ ਨੇ, ਭਾਵੇਂ ਕਿ ਅੱਜ ਕੱਲ੍ਹ ਸਾਧ ਸੰਗਤ ਜੀ ਗੁਰੂ ਬਖਸ਼ਿਸ਼ਾਂ ਦੇ ਪਾਤਰ ਬਣਨ ਦੀ ਬਜਾਏ ਗੁਟਕੇ ਹੱਥਾਂ ਵਿੱਚ ਫੜ ਕੇ ਝੂਠੀਆਂ ਸੌਹਾਂ ਖਾ ਕੇ ਸਰਕਾਰਾਂ ਬਣਾਈਆਂ, ਤੇ ਫਿਰ ਉਹੇ ਜਿਹਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੌਤਕ ਵੀ ਵਰਤਾਇਆ, 5 ਸਾਲ ਪੂਰੇ ਨਹੀਂ ਕਰਨ ਦਿੱਤੇ। ਸੋ ਇਹ ਗੁਰੂ ਦੀ ਕਲਾ ਹੈ, ਰੀਤੇ ਭਰੇ ਸਖਨਾਵੈ ਯਹ ਤਾਂ ਕੋ ਵਿਵਹਾਰੇ, ਖਿਨ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ। ਉਹ ਰਾਜ ਭਾਗ ਉੱਤੇ ਬਿਠਾ ਵੀ ਸਕਦਾ, ਤੇ ਜੇ ਗੁਰੂ ਦੇ ਬਚਨ ਤੋਂ ਕੋਈ ਓਹਲਾ ਕਰਦਾ, ਗੁਰੂ ਦੇ ਬਚਨ ਤੋਂ ਬੇਮੁਖਤਾ ਧਾਰਨ ਕਰਦਾ, ਤੇ ਫਿਰ ਸਾਧ ਸੰਗਤ ਜੀ ਉਹ ਗੁਰੂ ਰਾਜ ਭਾਗ ਖੋ ਵੀ ਸਕਦਾ। ਪ੍ਰਤੱਖ ਮਿਸਾਲ ਆਪਣੇ ਸਾਹਮਣੇ ਆ ਪਿਛਲੀ ਸਰਕਾਰ ਦੀ। ਸੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਬਤ ਜਦੋਂ ਮਹਿਮਾ ਦੇ ਵਿੱਚ ਐਸੇ ਵਚਨ ਰਾਜੇ ਤਾਈਂ ਇਹ ਰਾਜੇ ਸੁਦਰਸੈਨ ਦੇ ਭਤੀਜੇ ਇੰਦਰਸੈਨ ਨੇ ਕੀਤੇ। ਰਾਜਾ ਕਹਿਣ ਲੱਗਾ ਕਿ ਭਾਣਜਾ ਜਿਸ ਪ੍ਰਕਾਰ ਤੂੰ ਕਹਿੰਦਾ ਹੈ ਉਸੇ ਤਰੀਕੇ ਵਿਧੀ ਮਰਿਆਦਾ ਪੂਰਵਕ ਮੈਂ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਾਂਗਾ। ਜਿਸ ਗੁਰੂ ਦੀ ਮਹਿਮਾ ਬਹੁਤ ਭਾਰੀ ਸੁਣੀ ਹੈ, ਉਹਨਾਂ ਦੇ ਦਰਸ਼ਨ ਕਰਨ ਦੀ ਮੇਰੇ ਮਨ ਵਿੱਚ ਅਭਿਲਾਖਾ ਇੱਛਾ ਹੈ। ਇੰਦਰਸੈਨ ਕਹਿਣ ਲੱਗਾ ਮਾਮਾ ਜੇ ਗੁਰੂ ਦੇ ਦਰਸ਼ਨ ਕਰਨ ਜਾਣਾ ਤੇ ਕੁਝ ਨਾ ਕੁਝ ਭੇਟਾ ਲੈ ਲਈਏ ਹੱਥ ਵਿੱਚ। ਗੁਰੂ ਦੇ ਦੀਦਾਰ ਕਰਨ ਕਦੇ ਵੀ ਖਾਲੀ ਹੱਥ ਨਹੀਂ ਜਾਈਦਾ। ਧਰਮ ਗ੍ਰੰਥਾਂ ਦੇ ਬਚਨ ਹਨ, ਰਾਜ ਵੈਦ ਗੁਰ ਜੋਤਸ਼ੀ ਇਨਕੇ ਪਾਸ ਜੋ ਜਾਏ, ਖਾਲੀ ਹਾਥ ਨਾ ਜਾਈਏ ਫਲ ਦੀਏ ਫਲ ਪਾਏ। ਰਿਕਤ ਪਾਨ ਨਹੀਂ ਪਰਸੀ ਹੈ ਰਿਕਤ ਪਾਨ ਨਹੀਂ ਦਰਸੀ ਹੈ ਭੂਪ ਭਿਖਕ ਗੁਰਦੇਵ, ਫਲ ਦੀਏ ਫਲ ਪਾਈਏ ਫਲੇ ਨਾ ਫਲ ਵਿਨਸੇ। ਕੁਝ ਨਾ ਕੁਝ ਭੇਟਾ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈ। ਆਪਣਾ ਆਪ ਨਿਵਾਰਨ ਕੀਜੈ, ਔਰ ਆਪਣਾ ਆਪ ਨਿਵਾਰਨ ਕਰਕੇ ਆਪਾ ਭਾਵ ਗਵਾ ਕੇ ਹਉਮੈ ਹੰਕਾਰ ਦੇ ਸਹਿਤ ਗੁਰੂ ਚਰਨਾਂ ਵਿੱਚ ਨਹੀਂ ਜਾਈਦਾ ਵੀ ਮੈਂ ਕੁਝ ਹਾਂ। ਆਪਣੇ ਅਹੁਦੇ ਨੂੰ ਬਾਹਰ ਰੱਖ ਕੇ ਇਹ ਨਾ ਜਾਣ ਕੇ ਜਾਈ ਕਿ ਮੈਂ ਰਾਜਾ ਹਾਂ। ਹਉਮੈ ਹੰਕਾਰ ਤਿਆਗ ਕੇ ਭਾਵਨਾ ਵਾਲਾ ਸਿੱਖ ਬਣ ਕੇ ਜਾਏ। ਇਉਂ ਸਾਧ ਸੰਗਤ ਜੀ ਬਹੁਤ ਸੁੰਦਰ ਮਿੱਠੇ ਫਲ
ਤੇ ਹੋਰ ਭੇਟਾਵਾਂ ਲਿਜਾ ਕੇ ਸਤਿਗੁਰੂ ਜੀ ਦੇ ਅੱਗੇ ਰੱਖੀਆਂ। ਕਰੋ ਡੰਡੋਤ ਚਰਨ ਜੁਗ ਲਾਗੇ। ਇਉਂ ਬੇਨਤੀ ਕੀਤੀ, ਸਮਝਾਇਆ ਆਪਣੇ ਮਾਮੇ ਨੂੰ ਇੰਦਰਸੈਨ ਨੇ ਕਿ ਸਤਿਗੁਰੂ ਜੀ ਦੇ ਅੱਗੇ ਸੁੰਦਰ ਭੇਟਾਵਾਂ ਤਿਲ ਫੁੱਲ ਰੱਖ ਕੇ, ਸੁੰਦਰ ਫਲ ਰੱਖ ਕੇ ਡੰਡੌਤ ਬੰਦਨਾ ਕਰਨੀ ਹੈ। ਲੰਮੇ ਡੰਡੇ ਵੱਤ ਪੈ ਕੇ ਸਤਿਗੁਰੂ ਜੀ ਦੇ ਚਰਨੀ ਲੱਗਣਾ ਹੈ। ਮਾਨੀ ਸੀਪ ਸੁਸਾਕੇ ਸੁਖੀ। ਉਸ ਵੇਲੇ ਆਪਣੀ ਸੁਸਾ, ਭੈਣ ਦੇ ਸੁੱਤ, ਭੈਣ ਦੇ ਪੁੱਤਰ ਭਾਵ ਆਪਣੇ ਭਾਣਜੇ ਦੀ ਸ਼ੁਭ ਸਿੱਖਿਆ ਮੰਨ ਕੇ ਬਈ ਇਹ ਮੇਰੇ ਭਲੇ ਵਾਸਤੇ ਹੀ ਕਹਿੰਦਾ ਹੈ, ਰਾਜਾ ਚੱਲ ਪਿਆ। ਲਗੀ ਜੈ ਭਾਗਤ ਮਮ ਹਿਤ ਕੀ। ਹਿਰਦੇ ਵਿੱਚ ਜਾਣ ਲਿਆ ਵੀ ਇਹ ਤਾਂ ਮੇਰੇ ਹਿੱਤ ਦੀ ਹੀ ਗੱਲ ਕਰਦਾ ਹੈ, ਮੇਰੇ ਭਲੇ ਦੀ ਗੱਲ ਕਰਦਾ ਹੈ। ਭੇਟਾ ਦੇ ਕਰ ਸੋ ਆਵਾ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਰਾਜਾ ਚੱਲ ਕੇ ਆਇਆ। ਇੰਦਰਸੈਨ ਦੇ ਸੰਗ ਸੁਹਾਵਾ। ਇੰਦਰਸੈਨ ਵੀ ਨਾਲ ਉਸ ਦੇ ਚੱਲ ਕੇ ਆਇਆ, ਸ਼ੋਭਾ ਵਾਲਾ। ਪਗ ਨੰਗੇ ਮਨ ਦੀਨ ਹੋਵੇ। ਪੈਰਾਂ ਤੋਂ ਜੋੜਾ ਲਾ ਕੇ ਨੰਗੇ ਪੈਰੀ ਤੇ ਮਨ ਦੇ ਵਿੱਚ ਬਹੁਤ ਹੀ ਦੀਨ ਨਿਮਰਤਾਵਾਨ ਹੋ ਕੇ ਪ੍ਰੇਮ ਸੰਗ ਤੇਰਾ। ਬੜੇ ਪ੍ਰੇਮ ਭਾਵਨਾ ਦੇ ਨਾਲ ਆਣ ਕੇ ਕਰ ਬੰਦੇ ਬੰਦਨ ਕਰੀ। ਦੋਵੇਂ ਹੱਥ ਜੋੜ ਕੇ, ਕਰ ਨਾਮ ਹੱਥ ਦਾ ਹੈ, ਬੰਦੇ ਨਾਮ ਹੈ ਬੰਦਨਾ ਕਰਨ ਦਾ, ਜੋੜਨ ਦਾ। ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੰਦਨਾ ਨਮਸਕਾਰ ਕੀਤੀ। ਕਰ ਕਰ ਡੰਡ ਸਮਾਨ। ਧਰ ਪਰ ਭੂਮੀ ਦੇ ਉੱਤੇ, ਧਰਤੀ ਦੇ ਉੱਤੇ ਡੰਡੇ ਵੱਤ ਲੰਮਾ ਪੈ ਕੇ ਮੱਥਾ ਟੇਕਿਆ। ਕਰ ਸਟਾਂਗ ਕਰਨਾ ਰਗਾ। ਅਸ਼ਟਾਂਗ 8 ਅੰਗ ਧਰਤੀ ਉੱਤੇ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮੀ ਬਣਿਆ। ਹਰਿਓ ਰਹਿਓ ਉਡਤ ਨਾ ਬਟ ਭਾਗਾ। ਲੰਮਾ ਹੀ ਪਿਆਰਿਆ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਵੱਡਿਆਂ ਭਾਗਾਂ ਵਾਲਾ ਰਾਜਾ ਇਹ ਉੱਠਿਆ ਨਾ। ਗੁਰੂ ਦਈ ਪੀੜ ਪਰ ਥਾਪੀ। ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੀ ਪਿੱਠ ਦੇ ਉੱਤੇ, ਇਹਦੀ ਕੰਡ ਦੇ ਉੱਤੇ ਥਾਪੀ ਦਿੱਤੀ। ਉਡ ਭੂਪ ਅਤ ਭਾਪਰ ਥਾਪੀ। ਸਤਿਗੁਰੂ ਨੇ ਆਸ਼ੀਰਵਾਦ ਦੇ ਬਚਨ ਆਖੇ, ਕਹਿੰਦੇ ਉੱਠ ਰਾਜਿਆ, ਤੂੰ ਬਹੁਤ ਤੇਜ ਪ੍ਰਤਾਪ ਵਾਲਾ ਹੋਵੇਂ। ਦ੍ਰਿਪਦ ਸਤਾਰੈ ਤੋਹੇ ਸੁਦੀਪਾ। ਜਿਹੜੇ ਤੇਰੇ ਆ ਨੇੜੇ ਨੇੜੇ ਦੇ 17 ਰਾਜੇ ਹਨ, ਸਪੈ ਭਜੋ ਤੁਜੀ ਅਵਨੀਪਾ। ਤੂੰ ਇਹਨਾਂ ਸਾਰਿਆਂ ਦਾ ਰਾਜਾ ਬਣੇਗਾ। ਆਨ ਕਰਾਂਗੇ ਤਵ ਪਦ ਬੰਦਨ। ਸਾਰੇ ਆ ਕੇ ਤੇਰੇ ਪੈਰਾਂ ਦੇ ਉੱਤੇ ਮੱਥਾ ਟੇਕਣਗੇ। ਜੇ ਨਾ ਆਏ ਚੜ ਕਰੋ ਨਿਕੰਦਨ। ਜੇ ਇਹਨਾਂ ਦੇ ਵਿੱਚੋਂ ਕੋਈ ਆਕੀ ਹੋਵੇਗਾ ਤੇ ਉਹਦਾ ਵੀ ਤੂੰ ਨਾਸ਼ ਕਰਨ ਵਾਲਾ ਹੋਵੇਗਾ, ਐਡਾ ਤੇਰਾ ਤੇਜ ਪ੍ਰਤਾਪ ਹੋਵੇਗਾ। ਪ੍ਰੇਮ ਅਦਬ ਜਬ ਤੇ ਕਾ ਦੇਖਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਜੇ ਸੁਦਰਸੈਨ ਦਾ ਬਹੁਤ ਪ੍ਰੇਮ ਦੇਖਿਆ, ਦੀਨੋ ਭਾਰਤ ਵੈਰਾਗ ਸ਼ਿਖਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਨੇ ਸ੍ਰੇਸ਼ਟ ਵਰ ਦਿੱਤਾ ਕਿ ਤੇਰਾ ਰਾਜ ਭਾਗ ਬਹੁਤ ਵਧੇ ਫੁੱਲੇਗਾ। ਸੁਦਰਸੈਨ ਸੁਣ ਕਰ ਹਰ ਖਾਨਾ। ਰਾਜਾ ਸੁਦਰਸੈਨ ਸਤਿਗੁਰੂ ਜੀ ਦੇ ਬਚਨ ਸੁਣ ਕੇ ਅਤਿਅੰਤ ਪ੍ਰਸੰਨ ਹੋਇਆ ਸ਼੍ਰੀ ਕਰਤਾਰ ਸਮਾਨ ਪਛਾਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਛਾਣਿਆ ਕਿ ਇਹ ਤੇ ਆਪ ਪਰਮਾਤਮਾ ਹਨ। ਬਿਨੈ ਕਰੀ ਕਰ ਪੰਦ ਪੈ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਮੇਰੇ ਘਰ ਚਰਨ ਪਾਓ। ਇਉਂ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਏਕ ਮਾਸ ਤੇ ਨਾ ਰਹੇ। ਸਤਿਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ, ਭਾਈ ਮਰਦਾਨਾ ਦੇ ਸਹਿਤ 1 ਮਹੀਨਾ ਰਾਜੇ ਸੁਦਰਸੈਨ ਦੇ ਮਹਿਲਾਂ ਦੇ ਵਿੱਚ, ਇਹਦੇ ਘਰ ਵਿੱਚ ਰਹੇ। ਪੂਰਨ ਕਿੰਕਰ ਕਾਮਾ। ਉਹ ਸਤਿਗੁਰੂ ਸਾਹਿਬ ਜੀ ਜਿਹੜੇ ਆਪਣੇ ਕਿੰਕਰਾਂ ਦੇ, ਦਾਸਾਂ ਦੇ, ਸੇਵਕਾਂ ਦੇ ਕਾਮਨਾਵਾਂ ਨੂੰ, ਇਛਾਵਾਂ ਨੂੰ ਪੂਰੀਆਂ ਕਰਨ ਵਾਲੇ ਹਨ। ਸ੍ਰੀ ਗੁਰ ਭਨੈ ਨਰੇਸ਼ ਸੁਨੀਜੈ। ਸਤਿਗੁਰੂ ਸੱਚੇ ਪਾਤਸ਼ਾਹ 1 ਮਹੀਨੇ ਬਾਅਦ ਕਹਿਣ ਲੱਗੇ, ਹੇ ਰਾਜਾ ਸੁਣੋ, ਝੰਡੇ ਕੀ ਸਮਤਾ ਮੈਂ ਕੀਜੈ। ਤੂੰ ਰਾਜ ਭਾਗ ਦਾ ਮਾਲਕ ਤਾਂ ਬਣੇਗਾ, 17 ਰਾਜੇ ਤੇਰੀ ਅਧੀਨਗੀ ਪ੍ਰਵਾਨ ਕਰ ਲੈਣਗੇ, ਪਰ ਜਿਹੜਾ ਝੰਡਾ ਵਾਢੀ ਗੁਰੂ ਕਾ ਸਿੱਖ ਸੰਤ ਮਹਾਂਪੁਰਖ ਅਸੀਂ ਇੱਥੇ ਬਿਰਾਜਮਾਨ ਕੀਤਾ ਨਾ ਗੁਰਮਤਿ ਪ੍ਰਚਾਰ ਵਾਸਤੇ, ਉਹਦਾ ਹਮੇਸ਼ਾ ਤੂੰ ਮਾਣ ਸਤਿਕਾਰ ਕਰਨਾ, ਉਹਦੀ ਬਰਾਬਰੀ ਨਾ ਕਰੀ ਕਦੇ ਵੀ। ਇਹਦਾ ਭਾਵ ਇਹ ਹੈ ਕਿ ਰਾਜ ਭਾਗ ਦੀਆਂ ਕੁਰਸੀਆਂ, ਉੱਚੇ ਅਹੁਦੇ ਸੰਸਾਰ ਦੇ ਵਿੱਚ ਜਿੰਨੇ ਮਰਜ਼ੀ ਵੱਡੇ ਮਿਲ ਜਾਣ, ਪਰ ਫਿਰ ਵੀ ਗੁਰੂ ਨਾਨਕ ਦੇ ਸਿੱਖਾਂ ਦਾ, ਗੁਰੂ ਨਾਨਕ ਦੇ ਘਰ ਦਾ, ਗੁਰੂ ਨਾਨਕ ਦੀ ਗੱਲ ਕਰਨ ਵਾਲਿਆਂ ਦਾ ਆਦਰ ਮਾਣ ਸਤਿਕਾਰ ਉਹਨਾਂ ਤੋਂ ਉੱਚਾ ਹੈ। ਉਹਨਾਂ ਦਾ ਮਾਣ ਸਨਮਾਨ ਹਮੇਸ਼ਾ ਕਰਨਾ ਚਾਹੀਦਾ, ਕਿਉਂਕਿ ਗੁਰਬਾਣੀ ਦੇ ਬਚਨ ਵੀ ਐਸੇ ਹਨ ਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਰਾਜ ਭਾਗ ਤਾਂ 4 ਦਿਨਾਂ ਦੀਆਂ ਗੱਲਾਂ ਹਨ,
ਪਰ ਸਾਧ ਸੰਗਤ ਜੀ, ਰੱਬ ਦੇ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖ ਸੰਤ, ਉਹਨਾਂ ਦਾ ਰਾਜ ਤਾਂ ਹਮੇਸ਼ਾ ਹੀ ਨਿਹਚਲ ਹੈ, ਉਹਨਾਂ ਦਾ ਰਾਜ ਹਮੇਸ਼ਾ ਅਟਲ ਹੈ। ਦਾਸ ਕਬੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਬਨਾਸੀ, ਉਹਨਾਂ ਦਾ ਅਬਨਾਸੀ ਰਾਜ ਹੈ, ਕਦੇ ਵੀ ਖਤਮ ਹੋਣ ਵਾਲਾ ਨਹੀਂ। ਭਗਤ ਕਬੀਰ ਸਾਹਿਬ ਮਹਾਰਾਜ ਵੇਲੇ ਰਾਜਾ ਕੌਣ ਹੋਇਆ ਸੀ, ਕਿਸੇ ਨੂੰ ਕੋਈ ਪਤਾ ਭਾਈ? ਭਗਤ ਕਬੀਰ ਸਾਹਿਬ ਦਾ ਨਾਮ ਅੱਜ ਆਪਾਂ ਸਾਰੇ ਜਾਣਦੇ ਆ, ਬੰਦਗੀ ਵਾਲਿਆਂ ਦਾ। ਇਸ ਕਰਕੇ ਬੰਦਗੀ ਵਾਲਿਆਂ ਦਾ ਜਿਹੜਾ ਪ੍ਰਤਾਪ ਹੈ, ਧਾਰਮਿਕ ਪੁਰਸ਼ਾਂ ਦਾ ਜਿਹੜਾ ਪ੍ਰਤਾਪ ਹੈ, ਉਹ ਰਾਜ ਭਾਗ ਵਾਲਿਆਂ ਦੇ ਨਾਲੋਂ ਕਿਤੇ ਉਚੇਰਾ ਹੈ, ਕਿਤੇ ਵੱਡੀ ਪਦਵੀ ਹੈ। ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਰਾਜਾ ਸੁਦਰਸੈਨ, ਰਾਜ ਭਾਗ ਦਾ ਮਾਲਕ ਤਾਂ ਤੂੰ ਬਹੁਤ ਵੱਡਾ ਹੋ ਜਾਏਗਾ, ਤੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ, ਪਰ ਕਦੇ ਵੀ ਜਿਹੜਾ ਸਾਡਾ ਬ੍ਰਹਮ ਗਿਆਨੀ ਸਿੱਖ ਝੰਡਾ ਵਾਢੀ ਹੈ, ਇਹਦੀ ਸਮਤਾ ਨਾ ਕਰੇ, ਇਹਦੀ ਬਰਾਬਰਤਾ ਨਾ ਕਰੇ। ਜੇਕਰ ਆਪਣਾ ਭਲਾ ਤੁਮ ਚਾਹੇ, ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ, ਸਦਾ ਨਿਉ ਆਗੇ ਤੇ ਰਹੀ। ਸਦਾ ਹੀ ਸਾਡੇ ਸਿੱਖ ਦੇ ਅੱਗੇ ਜਾ ਕੇ ਨਮਸਕਾਰਾਂ ਕਰੀ, ਮੱਥੇ ਟੇਕੀ। ਸਰਬ ਦੇਸ਼ ਸੁਖੀ ਪ੍ਰਗਟਾਏ, ਇਉਂ ਸਾਰੇ ਦੇਸ਼ ਦੇ ਵਿੱਚ ਉਹਦੀ ਡਿਊਟੀ ਹੈ ਕਿ ਇਲਾਕੇ ਵਿੱਚ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰੇ। ਝੰਡੇ ਅਗਰਜ ਦਏ ਨਿਵਾਏ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਇਲਾਕੇ ਦੇ ਲੋਕ ਝੰਡੇ ਵਾਢੀ ਦੇ ਅੱਗੇ ਨੀਵੇਂ ਕਰ ਦਿੱਤੇ, ਭਾਵ ਇਹਦੇ ਅਨੁਸਾਰੀ ਕਰ ਦਿੱਤੇ, ਹੁਕਮ ਮੰਨਣ ਵਾਲੇ ਕਰ ਦਿੱਤੇ। ਸਿਮਰਨ ਨਾਮ ਦਾਨ ਇਸ਼ਨਾਨਾ, ਔਰ ਉਪਦੇਸ਼ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿ ਵਾਹਿਗੁਰੂ ਦਾ ਨਾਮ ਸਿਮਰਨ ਕਰੋ, ਦਾਨ ਪੁੰਨ ਕਰੋ ਤੇ ਇਸ਼ਨਾਨ ਕਰੋ। ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਸੁਨਹਿਰੀ ਸਿਧਾਂਤ ਹਨ ਗੁਰਮਤਿ ਦੇ। ਗੁਰੂ ਕੇ ਸਿੱਖ ਨੇ ਨਾਮ ਵੀ ਜਪਣਾ ਹੈ, ਔਰ ਜਿੰਨੇ ਯੋਗਾ ਹੈ ਜਥਾ ਸ਼ਕਤ ਉਨੀ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਵੀ ਕਰਨੀ ਹੈ, ਪੁੰਨਦਾਨ ਦਸਵੰਧ ਵੀ ਆਪਣੀ ਮਾਇਆ ਦੇ ਕਿਰਤ ਕਮਾਈ ਦੇ ਵਿੱਚੋਂ ਕੱਢਣਾ ਹੈ। ਤੇ ਇਸੇ ਪ੍ਰਕਾਰ ਇਸ਼ਨਾਨ, ਇੱਕ ਤਾਂ ਤਨ ਦੀ ਸੁਚੇਤਤਾ ਦੇ ਵਾਸਤੇ, ਤਨ ਦੀ ਸ਼ੁੱਧੀ ਪਵਿੱਤਰਤਾ ਦੇ ਵਾਸਤੇ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ। ਉਹ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਕੀ ਸੰਗਤ ਵਿੱਚ ਜਾ ਕੇ ਮਨ ਦਾ ਵੀ ਇਸ਼ਨਾਨ ਕਰਨਾ। ਦੋ ਪ੍ਰਕਾਰ ਦਾ ਇਸ਼ਨਾਨ ਹੈ। ਉਹ ਇਸ਼ਨਾਨ ਸਾਧ ਸੰਗਤ ਜੀ ਕਿਹੜਾ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਅੰਤਰਗਤ ਹੀ ਅੰਤਰ ਆਤਮ ਹੀ 68 ਤੀਰਥਾਂ ਦਾ ਇਸ਼ਨਾਨ ਗੁਰੂ ਕੇ ਬਚਨ ਨੂੰ ਸੁਣ ਕੇ ਮੰਨ ਕੇ ਤੇ ਜੀਵਨ ਦੇ ਵਿੱਚ ਅਪਣਾ ਕੇ ਗੁਰੂ ਕੇ ਸਿੱਖ ਨੇ ਕਰਨਾ ਹੈ। ਇਸ ਪ੍ਰਕਾਰ ਆਪਣਾ ਭਲਾ ਪਛਾਣ ਕੇ ਸਾਰੇ ਮਨੁੱਖਾਂ ਨੂੰ ਝੰਡੇ ਵਾਢੀ ਦੇ ਅਨੁਸਾਰੀ ਉਹਦੀ ਸੰਗਤ ਵਿੱਚ ਲੈ ਕੇ ਆਉਣਾ। ਫਿਰ ਸਤਿਗੁਰੂ ਨੇ ਬਚਨ ਕੀਤਾ, ਭਾਈ ਅਸੀਂ ਹੁਣ ਜਾਣਾ ਚਾਹੁੰਦੇ ਹਾਂ। ਰਾਜੇ ਨੇ ਸੁਣ ਕੇ ਬੇਨਤੀ ਕੀਤੀ, ਮਹਾਰਾਜ ਹਾਥੀ ਘੋੜੇ ਤੇ ਹੋਰ ਰਾਜ ਭਾਗ ਦਾ ਜਿੰਨਾ ਸਾਜੋ ਸਮਾਨ ਹੈ, ਮਹਾਰਾਜ ਮੈਨੂੰ ਆਪਣਾ ਸੇਵਕ ਬਣਾ ਲਓ ਤੇ ਮੇਰਾ ਸਭ ਕੁਝ ਅੱਜ ਹੀ ਝੰਡੇ ਵਾਢੀ ਨੂੰ ਬਖਸ਼ ਦਿਓ। ਮੈਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਆਪਣੇ ਨਾਲ ਹੀ ਲੈ ਜਾਓ। ਰਾਜਾ ਸੁਦਰਸੈਨ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਾਂਗਾ, ਤੁਹਾਡਾ ਵਿਛੋੜਾ ਝੱਲ ਨਹੀਂ ਜੇ ਹੋਣਾ। ਇਉਂ ਜਿਵੇਂ ਮੱਛੀ ਦਾ ਜਲ ਦੇ ਨਾਲ ਪ੍ਰੇਮ ਆ ਨਾ, ਇਉਂ ਅਵਸਥਾ ਇਸ ਰਾਜੇ ਦੀ ਸਤਿਗੁਰੂ ਸਾਹਿਬ ਜੀ ਦੇ ਨਾਲ ਹੋ ਗਈ। ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ। ਗੁਰਬਾਣੀ ਦਾ ਫਰਮਾਨ ਹੈ, ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜਿਨ ਜਲ ਸੋ ਹੇਤ ਵਢਾਇਓ। ਜਿਹੜਾ ਜੀਵ ਬਿਨਾਂ ਜਲ ਤੋਂ ਪ੍ਰਾਣ ਛੱਡ ਦੇਵੇ, ਪ੍ਰਾਣ ਤਿਆਗ ਦੇਵੇ, ਸਤਿਗੁਰੂ ਜੀ ਕਹਿੰਦੇ ਉਹ ਮੱਛੀ ਹੈ। ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਉਹ ਮੱਛੀ ਹੈ। ਤੇ ਜਿਹੜਾ ਪਾਣੀ ਵਿੱਚ ਵੀ ਜਿਉਂਦਾ ਰਹੇ ਤੇ ਪਾਣੀ ਤੋਂ ਬਾਹਰ ਵੀ ਆ ਕੇ ਜਿਉਂਦਾ ਰਹੇ, ਉਹ ਡੱਡੂ ਕੱਛੂ ਜਾਂ ਕੋਈ ਹੋਰ ਜੀਵ ਤਾਂ ਹੋ ਸਕਦਾ, ਮੱਛੀ ਨਹੀਂ ਹੋ ਸਕਦੀ। ਜਿਉਂ ਮੱਛਲੀ ਬਿਨ ਪਾਣੀ ਆ ਕਿ ਉਹ ਜੀਵਨ ਪਾਵੈ। ਮੱਛੀ ਜਿਹੜੀ ਆ ਉਹ ਸਾਧ ਸੰਗਤ ਜੀ ਉਹਦਾ ਜੀਵਨ ਹੀ ਪਾਣੀ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਜੀਵਨ ਬਾਣੀ ਹੈ। ਮੱਛੀ ਜਿਹੜੀ ਆ ਉਹਨੂੰ ਸਾਧ ਸੰਗਤ ਟੋਟੇ ਟੋਟੇ ਕਰਕੇ ਉਹਦਾ ਭੋਜਨ ਵੀ ਕਰ ਲਿਆ ਜਾਵੇ, ਚੱਬ ਵੀ ਲਿਆ ਜਾਵੇ। ਮੱਛੀ ਖਾਣ ਵਾਲਾ ਬਾਅਦ ਵਿੱਚ ਵੀ ਪਾਣੀ ਮੰਗਦਾ। ਉਹ ਪਿਆਸ ਉਹ ਮਨੁੱਖ ਨੂੰ ਨਹੀਂ ਲੱਗਦੀ, ਸਗੋਂ ਉਹਦੇ ਅੰਦਰ ਕਈ ਮੱਛੀ ਦਾ ਪਾਣੀ ਨਾਲ ਇੰਨਾ ਪ੍ਰੇਮ ਹੈ ਕਿ ਟੁਕੜੇ ਟੁਕੜੇ ਹੋ ਕੇ, ਭਗਤ ਰਵਿਦਾਸ ਜੀ ਮਹਾਰਾਜ ਦੇ ਬਚਨ ਹਨ,
मीन पकर फांक्यो अर काट्यो, रांद कियो बहु बानी, खंड खंड कर भोजन कीनो, तऊ न बिसरो पानी। मच्छी नूं जाल लाउण वाले शिकारी ने फड़ लिया, पकड़ लिया। मीन पकर फांक्यो अर काट्यो, फांक्या उहदे खंभ झाड़ दिते उत्तों, छिल लिया उहनूं, अर काट्यो टोटे टोटे करके छोटे छोटे पीस कर दिते। रांद कीओ बहु बानी, बहुत तरीकों के नाल उहनूं रिन्न लिया, बना लिया। खंड खंड कर भोजन कीनो, छोटे छोटे टुकड़िਆਂ ਵਿੱਚ ਕੱਟ के ਉਹਦਾ भोजन ਤਿਆਰ ਕੀਤਾ, मच्छी ਨੂੰ पका लिया। तो जदों खाण वाले ने खाधा, उन्हें भी टुकड़े टुकड़े करके चबा चबा के दंद दे नाल बिल्कुल बरीक बरीक करके मच्छी नूं अंदर लंघा लिया। खंड खंड कर भोजन कीनो, पर तऊ ना बिसरो पानी, मच्छी नूं पानी फिर भी नहीं विसरिया, अंदर जाके भी पानी मंगदी है। मच्छी खाण वाला बार बार पानी की मंग करता। जे कोई बहुता पानी पीवे ना, बार बार पानी की मंग करे भी मैं पानी पीना, तो अगला कहता भी की तू मच्छी खाधी है इन्ना पानी मंगदा। वो मच्छी जिहड़ी आ वो अंदर बैठी पानी मंगदी है, ना कि उहनूं प्यास लग रही है, क्योंकि मच्छी का प्यार ही जल दे नाल इन्ना। सो ये जिहड़ा राजा सुदरसैन है, सतगुरु साहब जी दे नाल इहदी प्रीति, इहदा प्रेम इन्ना बन गया। मीन नीर गत श्री भग संघा, सतगुरु सच्चे पातशाह जी दे शोभा वाले जिहड़े चरण है, उन्हां दे नाल मच्छी का जिवें पानी नाल प्रेम है, इस प्रकार का इहदा प्रेम है। ऐसी अवस्था है इउं कहदिया होया मन दे विच प्रेम ने इहदे उछाला मारिया। सारे तन दे उत्ते पुलकावली खड़ी हो गई, रोम रोम खिड़ गया राजे दा। गद गद बाणी, बाणी जिहड़ी इहदी अस्त व्यस्त हो गई, गद गद हो गई, गला भर आया, गच भर गया, बोलिया नहीं जा रहा। उस वेले राजे की ऐसी व्याकुल अवस्था सतगुरु जी के प्रेम दे विच और सतगुरु के विछड़न की गल सुन के विछोड़े विच होई। एहो जी जिहड़ी उहदे मन की सच्ची प्रीति नूं देख के सतगुरु नानक देव महाराज सच्चे पातशाह जी ने वचन उचारे। सतगुरु सच्चे पातशाह कहते राजे असी तैनू नाल नहीं ले जा सकते, तू इवें ही धर्मी जीवन बतीत करता होया इत्थे राज भाग भोग, क्योंकि महान तपस्या के नाल साध संगत जी राज भाग मिलते हैं। तो राज भाग के उत्ते बह के जे कोई शुभ कर्म करे तो गुरु की खुशी का पात्र बनता, लोक सुखिया परलोक सुहेला कर लेंदा। तो राज भाग उच्चियां पदवियां नूं प्राप्त करके कोई माड़े कर्म करे, फिर साध संगत जी जिहड़ा तपों राज मिलिया हुंदा ना, तो आम कहावत भी तपों राज ते राजों नरक, फिर वो राज भाग के उत्ते बैठा होया मनुख नरकां दा अधिकारी बनदा। सतगुरु सच्चे पातशाह कहंदे वड्डियां भागां दे नाल तैनूं आ राज भाग की बख्शिश प्राप्त हुई है। निता प्रति वाहिगुरू परमेश्वर का ध्यान धर के हे राजा तू वाहिगुरू नाम नूं आप जप, लोकां नूं जपण की प्रेरणा कर ते चंगा राज भाग कर। ते मैं तेरे तो कदे भी दूर नहीं, मैं सदा ही तेरे संग हाँ, अंग संग हाँ, क्योंकि सतगुरु साडा साध संगत जी ऐसा समर्थ है कि हर जगह के उत्ते ही व्यापक है। सहस तव नैन नन नैन है तोहे कहो, सहस मूर्त नना एक तो ही। निर्गुण स्वरूप देखिए तो वह कोई चक्कर चिहन जाने ही नहीं जा सकता। चक्कर चिहन अर वर्ण जात अर पात नहन जह रूप रंग अर रेख भेख को कह न सकत के, कोई कह ही नहीं सकता भी किस तरह का वो वाहिगुरू आ। पर यह विश्व संसार तुम देखते हो हर का रूप है, हर रूप नदरी आया। जो सरगुण स्वरूप देखते हैं तो संसार दे विच जिन्ने जीव है, जिन्ने जीवां दे शरीर है, सारिਆਂ ਹਿਰਦਿਆਂ ਦੇ ਵਿੱਚ ਉਹਦਾ ਵਾਸ ਆ। सारियां ਅੱਖਾਂ राही वो वाहिगुरू देख रहा, सब मह जोत जोत है सोए। और सतगुरु नानक देव जी महाराज उसे अकाल पुरख वाहिगुरू का ही स्वरूप हैं, जो घट घट मैं हर जू वसै संतन कहो पुकार, जो हर हिरदे विच वसदा, हर जगह दे व्यापक है हजूर, सदा ही हाजर नाजर है। हाजरा हजूर है कि ज़ाहरा जहूर है, सदा अंग संगे अभंगं विभूते, जिहड़ा सदा ही अपने सिखां दे नाल अंग संग वरतदा है। कोई किते भी अमेरिका कनेडा बैठा जिथे मर्जी चेते करे गुरु की सहायता करदा,
ਸੰਗਲਾਦੀਪ ਦੇ ਸਮੁੰਦਰਾਂ ਦੇ ਵਿੱਚ ਫਿਰਦਾ ਹੋਇਆ ਮਨਸੁਖ ਸ਼ਾਹ ਭਾਵਨਾ ਧਾਰ ਕੇ ਜੇ ਯਾਦ ਕਰਦਾ, ਮਹਾਰਾਜ ਮੇਰਾ ਬੇੜਾ ਮੇਰਾ ਜਹਾਜ਼ ਬੰਨੇ ਲਾ ਦਿਓ, ਤੇ ਸਤਿਗੁਰੂ ਜੀ ਤਾਂ ਰਾਏ ਭੋਜ ਦੀ ਤਲਵੰਡੀ ਆਪਣੇ ਆਸਣ ਤੇ ਕਮਰੇ ਵਿੱਚ ਵਿਰਾਜੇ ਹੋਏ ਆ। ਉੱਥੇ ਸਤਿਗੁਰੂ ਜੀ ਅੰਗ ਸੰਗ ਹੋ ਕੇ ਵਰਤਦੇ ਆ। ਮੱਖਣ ਸ਼ਾਹ ਲਵਾਣਾ ਦੂਰ ਸਾਗਰ ਦੇ ਵਿੱਚ ਜੇ ਕਿਤੇ ਬੇਨਤੀ ਕਰਦਾ, ਮਹਾਰਾਜ ਬੇੜਾ ਡੁੱਬ ਰਿਹਾ ਬੰਨੇ ਲਾ ਦਿਓ, ਤੇ ਗੁਰੂ ਬਾਬਾ ਜੀ ਤਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਭੋਰੇ ਵਿੱਚ ਬੈਠੇ ਸਨ ਨਾ, ਭਗਤੀ ਕਰਦੇ, ਮੋਢਾ ਲਾ ਕੇ ਉੱਥੇ ਗੁਰੂ ਕੇ ਸਿੱਖ ਦਾ ਜਹਾਜ਼ ਤਾਰਿਆ। ਰੁਸਤਮ ਰਾਓ ਬਾਲਾ ਰਾਓ ਦੀ ਸਾਖੀ ਆਪਾਂ ਸੁਣੀ ਆ। ਪੂਨੇ ਸਤਾਰੇ ਦੇ ਕਿਲੇ ਦੀ ਕੈਦ ਦੇ ਵਿੱਚ ਜੇਲ੍ਹ ਵਿੱਚ ਬੈਠੇ ਚੇਤੇ ਕਰਦੇ ਆ, ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਸੱਚਖੰਡ ਗਿਆ ਕਈ ਦਹਾਕੇ ਬਤੀਤ ਹੋ ਚੁੱਕੇ ਆ, ਅਲੋਪ ਹੋਇਆਂ ਨੂੰ, ਸਰੀਰ ਅਲੋਪ ਕੀਤਿਆਂ ਨੂੰ, ਫਿਰ ਵੀ ਸਤਿਗੁਰੂ ਜੀ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਕੇ ਘੋੜੇ ਦੀਆਂ ਰਕਾਬਾਂ ਫੜਾ ਕੇ ਰੁਸਤਮ ਰਾਓ ਤੇ ਵਾਲਾ ਰਾਓ ਜਨਵਾੜੇ ਦੇ ਰਾਜਿਆਂ ਨੂੰ ਰਿਹਾ ਕਰਾਉਂਦੇ ਆ। ਕਿੱਥੋਂ ਲੱਭਾਂਗੇ ਇਹੋ ਜਿਹਾ ਗੁਰੂ ਭਾਈ? ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਗੁਰੂ ਦੇ ਸਿੱਖ ਬਣਨ ਦਾ ਸਾਨੂੰ ਮਾਣ ਪ੍ਰਾਪਤ ਹੈ। ਸਿੱਖਾਂ ਦੇ ਘਰ ਵਿੱਚ ਅਸੀਂ ਜਨਮ ਲਿਆ। ਐਸਾ ਗੁਰੂ ਸਾਨੂੰ ਬਿਨਾਂ ਕਿਸੇ ਵਿਸ਼ੇਸ਼ ਯਤਨ ਤੋਂ ਹੀ ਪ੍ਰਾਪਤ ਹੋ ਗਿਆ। ਉਸੇ ਗੁਰੂ ਨਾਨਕ ਦੀ ਜੋਤ ਨੂੰ, ਦਸਾਂ ਪਾਤਸ਼ਾਹੀਆਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਆਪਾਂ ਨਤਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ। ਐਸੇ ਗੁਰੂ ਦੇ ਨਾਲ ਹਮੇਸ਼ਾ ਜੁੜ ਕੇ ਰਹੀਏ, ਜਿਹੜਾ ਗੁਰੂ ਕਹਿੰਦਾ ਮੈਂ ਹੋ ਤੁਮਰੇ ਸਦਾ ਸਮੀਪਾ। ਹੇ ਰਾਜੇ, ਮੈਂ ਤਾਂ ਤੇਰੇ ਸਦਾ ਹੀ ਨਾਲ ਹਾਂ, ਸਦਾ ਅੰਗ ਸੰਗੇ ਭੰਗੰ ਬਪੂਤੇ। ਸਦਾ ਹੀ ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੁ ਨਾ ਜਾਈ। ਉਹ ਗੁਰੂ ਕਿਤੇ ਦੂਰ ਜਾਂਦਾ, ਉਹ ਤਾਂ ਸਦਾ ਹੀ ਹਾਜ਼ਰ ਨਾਜ਼ਰ ਹੈ। ਉਹਦੀ ਆਪਣੀ ਮੌਜ ਹੈ, ਕਦੋਂ ਉਹਨੇ ਸਰੀਰ ਨੂੰ ਅਲੋਪ ਕਰਨਾ ਹੈ, ਕਦੋਂ ਕਿਸੇ ਵਡਭਾਗੇ ਨੂੰ ਉਹਨੇ ਦਰਸ਼ਨ ਦੇ ਦੇਣੇ। ਰਹਿੰਦਾ ਤਾਂ ਸਦਾ ਨਾਲ ਹੀ ਹੈ ਨਾ, ਉਹ ਦੂਰ ਤਾਂ ਨਹੀਂ ਜਾਂਦਾ। ਕਿਉਂਕਿ ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹਦੀ ਹੋਂਦ ਸਦੀਵੀ ਹੋਵੇ, ਪਰ ਕੁਝ ਸਮੇਂ ਵਾਸਤੇ ਅਲੋਪ ਹੋ ਜਾਵੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸਤਿਗੁਰ ਨਾਨਕ ਪ੍ਰਗਟਿਆ ਸ਼ਬਦ ਲਿਖਿਆ, ਜਨਮਿਆ ਨਹੀਂ ਲਿਖਿਆ। ਨਹੀਂ ਤਾਂ ਇਹ ਵੀ ਲਿਖ ਸਕਦੇ ਸੀ ਵੀ ਮਹਿਤਾ ਕਾਲੂ ਜੀ ਦੇ ਘਰ ਪੁੱਤਰ ਨਾਨਕ ਜੰਮਿਆ। ਪਰ ਭਾਈ ਗੁਰਦਾਸ ਜੀ ਨੇ ਵਚਨ ਜਿਹੜੇ ਲਿਖੇ ਆ ਨਾ, ਇੱਕ ਇੱਕ ਸ਼ਬਦ ਬੜਾ ਧਿਆਨ ਮੰਗਦਾ। ਸਤਿਗੁਰ ਨਾਨਕ ਪ੍ਰਗਟਿਆ, ਔਰ ਦੁਨੀਆ ਦੇ ਵਿੱਚ ਆ ਕੇ ਲੋਕ ਸਤਿਗੁਰੂ ਕਹਾਉਂਦੇ ਆ, ਗੁਰੂ ਬਣਦੇ ਆ। ਕਿਸੇ ਨੂੰ 25 ਸਾਲ, ਕਿਸੇ ਨੂੰ 30 ਸਾਲ, ਕਿਸੇ ਨੂੰ 35 ਸਾਲ ਦੀ ਉਮਰ ਦੇ ਵਿੱਚ ਗਿਆਨ ਹੁੰਦਾ, ਫਿਰ ਸੰਗਤ ਨੂੰ ਤਾਰਨ ਦੀ ਡਿਊਟੀ ਸਾਂਭਦੇ ਆ। ਪਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਸਤਿਗੁਰੂ ਆ ਜਿਹੜੇ ਸੰਸਾਰ ਵਿੱਚ ਆ ਕੇ ਗੁਰੂ ਨਹੀਂ ਬਣੇ, ਸੰਸਾਰ ਵਿੱਚ ਆ ਕੇ ਸਤਿਗੁਰੂ ਨਹੀਂ ਕਹਾਇਆ, ਬਲਕਿ ਸਤਿਗੁਰੂ ਨਾਨਕ ਪ੍ਰਗਟਿਆ। ਪ੍ਰਗਟ ਹੀ ਸਤਿਗੁਰੂ ਨਾਨਕ ਦੇ ਰੂਪ ਦੇ ਵਿੱਚ ਹੋਏ ਆ। ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੇ ਸੋਈ। ਅਨਕ ਨਾ ਬਿਦ ਤੇ ਜਨਮਨਸਾ ਸਾ ਨਾਨਕਾ। ਜਿਹਦੇ ਵਿੱਚ ਅਨਕਤਾਈ ਨਹੀਂ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਹੋਰ ਕਿਹਦੇ ਵਰਗਾ ਨਹੀਂ ਕੋਈ ਭਾਈ, ਰੱਬ ਵਰਗਾ ਨਹੀਂ ਕੋਈ। ਰੱਬ ਇੱਕੋ ਹੀ ਹੈ, ਤੇ ਗੁਰੂ ਨਾਨਕ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈ, ਉਹੀ ਸਰੂਪ ਹੈ। ਇਸ ਕਰਕੇ ਜਿਵੇਂ ਪਰਮਾਤਮਾ ਹਰ ਜਗ੍ਹਾ ਵਿਆਪਕ ਹੈ, ਉਸੇ ਪਰਮਾਤਮਾ ਦਾ ਸਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਜ਼ਰਰੇ ਜ਼ਰਰੇ ਦੇ ਵਿੱਚ, ਪੰਜਾਂ ਤੱਤਾਂ ਦੇ ਵਿੱਚ ਉਸ ਦੀ ਹੋਂਦ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਨੂੰ ਬਚਨ ਕਰਦੇ ਹੈ, ਕਹਿੰਦੇ ਰਾਜਾ ਤੂੰ ਵਿਰਾਗ ਨਾ ਕਰ ਵਿਛੋੜੇ ਦਾ। ਅਸੀਂ ਤੇਰੇ ਤੋਂ ਵਿਛੜਦੇ ਨਹੀਂ, ਅਸੀਂ ਤਾਂ ਸਦਾ ਹੀ ਤੇਰੇ ਨਾਲ ਹਾਂ, ਸਦਾ ਹੀ ਤੇਰੇ ਅੰਗ ਸੰਗ ਵਰਤਾਂਗੇ। ਜਦੋਂ ਵੀ ਚੇਤੇ ਕਰੇਂਗਾ ਤੈਨੂੰ ਦਰਸ਼ਨ ਦੇਵਾਂਗੇ। ਜਦੋਂ ਵੀ ਸਾਡੇ ਦਰਸ਼ਨਾਂ ਦੀ ਅਭਿਲਾਖਾ ਹੋਵੇ, ਬੜੀ ਸੁਚਮਤਾ ਦੇ ਨਾਲ, ਬੜੀ ਪਵਿੱਤਰਤਾ ਦੇ ਸਹਿਤ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਤਿਆਰ ਕਰਵਾਉਣਾ, ਔਰ ਇੱਕ ਟਕਾ ਰੱਖ ਕੇ ਦਰਸ਼ਨੀ ਭੇਟਾ ਤੇ ਫਿਰ ਅਰਦਾਸ ਕਰਾਉਣੀ ਹੈ। ਉਸੇ ਵੇਲੇ ਅਸੀਂ ਆ ਕੇ ਹਾਜ਼ਰ ਹੋ ਜਾਵਾਂਗੇ, ਦਰਸ਼ਨ ਬਖਸ਼ਾਂਗੇ। ਤੇਰੀ ਹਰ ਭਾਵਨਾ, ਹਰ ਇੱਛਾ ਉਸ ਵੇਲੇ ਅਸੀਂ ਪੂਰੀ ਕਰਾਂਗੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸਿੱਧਾਂ ਦੇ ਨਾਲ ਗੋਸ਼ਟੀ ਹੋਈ, ਚਰਚਾ ਦੇ ਵਿੱਚ ਤਾਂ ਸਿੱਧ ਹਾਰ ਗਏ, ਫਿਰ ਆਪਣੀਆਂ ਅਜਮਤਾਂ ਸ਼ਕਤੀਆਂ ਦੇ ਨਾਲ ਭਰਮਾਉਣਾ ਚਾਹਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਆ, ਸਿੱਧ ਕਹਿੰਦੇ ਬਾਬਾ ਨਾਨਕ ਜੀ, ਜੇਕਰ ਅਸੀਂ ਲੁਕ ਜਾਈਏ, ਛੁਪ ਜਾਈਏ ਕਿਤੇ, ਕੀ ਤੁਸੀਂ ਸਾਨੂੰ ਲੱਭੋਗੇ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਲੁਕਣ ਮੀਚੀ ਵਾਲੀ ਖੇਡ ਆਪਾਂ ਕਾਹਨੂੰ ਖੇਡਣੀ ਹੈ? ਕਹਿੰਦੇ ਨਹੀਂ ਮਹਾਰਾਜ, ਫਿਰ ਵੀ ਅਸੀਂ ਦੇਖਣਾ ਚਾਹੁੰਦੇ ਹਾਂ
ਵੀ ਤੁਸੀਂ ਸਾਨੂੰ ਲੱਭ ਸਕਦੇ ਹੋ। ਮਾਣ ਸੀ ਨਾ ਆਪਣੀਆਂ ਸ਼ਕਤੀਆਂ ਦਾ ਸਿੱਧਾਂ ਨੂੰ, ਵੀ ਅਸੀਂ ਰਿੱਧੀਆਂ ਸਿੱਧੀਆਂ ਦੁਆਰਾ ਅਲੋਪ ਹੋ ਜਾਣਾ, ਤੇ ਇਹਨਾਂ ਨੇ ਕਿੱਥੇ ਲੱਭ ਸਕਣਾ ਹੈ। ਸਤਿਗੁਰੂ ਕਹਿੰਦੇ ਭਾਈ ਚਲੋ ਜਿਵੇਂ ਕਰਤਾਰ ਦੀ ਮਰਜ਼ੀ, ਜਿਵੇਂ ਕਹਿੰਦੇ ਉਹ ਕਰ ਲੈਂਦੇ ਆ। ਛੁਪ ਗਏ ਸਿੱਧ, ਆਪੋ ਆਪਣੇ ਸਰੀਰ ਇਹਨਾਂ ਨੇ ਅਲੋਪ ਕਰ ਲਏ। ਕੋਈ ਉੱਡ ਕੇ ਆਕਾਸ਼ ਵਿੱਚ ਚਲਿਆ ਗਿਆ, ਕੋਈ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਕੋਈ ਸਮੁੰਦਰ ਦੇ ਹੇਠਾਂ ਉਤਰ ਕੇ ਪਤਾਲ ਦੇ ਵਿੱਚ ਚਲਿਆ ਗਿਆ। ਜਦੋਂ ਉਹ ਸਿੱਧ ਅਲੋਪ ਹੋਏ ਨਾ, ਤੇ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ, ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ। ਜਿੰਨੇ ਸਿੱਧ ਸੀ ਓਨੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਣਾ ਲਏ ਆਪਣੇ, ਕਿਉਂਕਿ ਗੁਰੂ ਵਿੱਚ ਇਹ ਸਮਰੱਥਾ ਹੈ, ਅਨੇਕ ਹੈ ਫਿਰ ਏਕ ਹੈ। ਅਨੇਕਾਂ ਸਰੂਪ ਵੀ ਧਾਰਨ ਕਰ ਸਕਦਾ ਹੈ, ਤੇ ਮੁੜ ਕੇ ਫਿਰ ਹੈ ਇੱਕੋ ਹੀ ਜੋਤ ਰੂਪ। ਅਨੇਕਾਂ ਸਰੀਰ ਧਾਰਨ ਕੀਤੇ, ਜਿੱਥੇ ਜਿੱਥੇ ਸਿੱਧ ਜਾ ਕੇ ਲੁਕੇ ਸੀ। ਹੁਣ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਤੋਂ ਓਝਲ ਕੌਣ ਹੈ, ਕੌਣ ਪਰੇ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਕੰਨ ਤੋਂ ਫੜਿਆ, ਕਿਸੇ ਨੂੰ ਗਿੱਚੀ ਤੋਂ ਫੜਿਆ, ਧੌਣੋਂ ਫੜ ਕੇ ਲਿਆ ਕੇ ਸਾਰੇ ਇਕੱਠੇ ਕਰ ਦਿੱਤੇ। ਬੜੇ ਸ਼ਰਮਸਾਰ ਹੋਏ, ਹਾਰ ਫੇਰ ਨਹੀਂ ਮੰਨੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਸੀਂ ਲੁਕੋ, ਹੁਣ ਤੁਸੀਂ ਛੁਪ ਜਾਓ, ਅਸੀਂ ਤੁਹਾਨੂੰ ਲੱਭਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਕੀ ਕੀਤਾ, ਪੰਜੇ ਤੱਤਾਂ ਦਾ ਜਿਹੜਾ ਸਰੀਰ ਬਣਿਆ ਹੋਇਆ ਨਾ, ਪੰਜੇ ਤੱਤਾਂ ਦੇ ਵਿੱਚ ਮਿਲਾਤਾ। ਅਗਨੀ ਵਿੱਚ ਅਗਨ ਤੱਤ, ਆਕਾਸ਼ ਵਿੱਚ ਆਕਾਸ਼ ਤੱਤ, ਧਰਤੀ ਦਾ ਤੱਤ ਧਰਤੀ ਵਿੱਚ ਮਿਲਾਤਾ, ਜਲ ਵਾਲਾ ਜਲ ਵਿੱਚ, ਤੇ ਹਵਾ ਵਾਲਾ ਤੱਤ ਹਵਾ ਵਿੱਚ ਮਿਲਾਤਾ। ਹੁਣ ਸਿੱਧ ਲੱਭਦੇ ਰਹੇ, ਪਰ ਜਾਣ ਤੋਂ ਪਹਿਲਾਂ, ਅਲੋਪ ਹੋਣ ਤੋਂ ਪਹਿਲਾਂ ਸਤਿਗੁਰੂ ਨੇ ਵਚਨ ਕੀਤਾ ਸੀ, ਕਹਿੰਦੇ ਸਿੱਧੋ ਲੱਭਣ ਤਾਂ ਲੱਗੇ ਆ ਸਾਨੂੰ, ਪਰ ਤੁਸੀਂ ਲੱਭ ਨਹੀਂ ਸਕਣਾ। ਮਹਾਰਾਜ ਅਸੀਂ ਲੱਭਾਂਗੇ। ਸਤਿਗੁਰੂ ਕਹਿੰਦੇ ਪਰ ਫਿਰ ਵੀ ਜੇ ਤੁਸੀਂ ਲੱਭ ਕੇ ਹਾਰ ਜਾਓ ਨਾ, ਭਾਈ ਬਾਲਾ ਸਾਡਾ ਸਿੱਖ ਹੈ, ਇਹਦੇ ਕੋਲੇ ਨਾ 1 ਟਕਾ ਦਰਸ਼ਨੀ ਭੇਟਾ ਰੱਖ ਕੇ ਅਰਦਾਸ ਕਰਿਓ, ਫਿਰ ਅਸੀਂ ਪ੍ਰਗਟ ਹੋ ਜਾਵਾਂਗੇ। ਉਸ ਤੋਂ ਬਾਅਦ ਸਤਿਗੁਰੂ ਜੀ ਅਲੋਪ ਹੋ ਗਏ, ਪੰਜਾਂ ਤੱਤਾਂ ਵਿੱਚ ਸਰੀਰ ਖੰਡਾ ਦਿੱਤਾ। ਸਿੱਧ ਲੱਭਦੇ ਰਹੇ, ਕੋਈ ਆਕਾਸ਼ ਵਿੱਚ ਲੱਭਦਾ, ਕੋਈ ਪਤਾਲ ਵਿੱਚ ਲੱਭਦਾ, ਕੋਈ ਪਹਾੜਾਂ ਦੇ ਵਿੱਚ, ਕੋਈ ਸਮੁੰਦਰਾਂ ਵਿੱਚ, ਕੋਈ ਜੰਗਲਾਂ ਵਿੱਚ। ਉੱਡ ਕੇ ਸਿੱਧ ਗਏ ਉੱਥੇ ਤੱਕ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਨੂੰ ਨਾ ਮਿਲੇ। ਮਿਲਣ ਤਾਂ ਜੇ ਪੰਜਾਂ ਤੱਤਾਂ ਦੇ ਸਰੂਪ ਦੇ ਵਿੱਚ ਹੋਣ, ਤੱਤਾਂ ਦੇ ਵਿੱਚ ਮਿਲਾ ਦਿੱਤੇ। ਜਦੋਂ ਹਾਰ ਹੰਭ ਕੇ ਆ ਗਏ, ਵਚਨ ਯਾਦ ਆਇਆ, ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਅਰਦਾਸ ਕਰਿਓ 1 ਟਕਾ ਰੱਖ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ। ਉਸ ਵੇਲੇ ਸਾਧ ਸੰਗਤ ਜੀ ਭਾਈ ਬਾਲੇ ਤੋਂ ਅਰਦਾਸ ਕਰਵਾਈ। ਜਿਸ ਵੇਲੇ ਅਰਦਾਸ ਕੀਤੀ, ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਉਸੇ ਸਰੀਰ ਦੇ ਵਿੱਚ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋ ਗਏ। ਬੋਲੋ ਸਤਨਾਮ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਦਰਸ਼ਨ ਦੇ ਦਿੱਤੇ ਆ ਕੇ ਇਹਨਾਂ। ਇਉਂ ਹੀ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਾਜੇ, ਜਦੋਂ ਦਰਸ਼ਨਾਂ ਦੀ ਅਭਿਲਾਖਾ ਹੋਵੇ, ਕੋਈ ਇੱਛਾ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਉਣੀ, 1 ਟਕਾ ਰੱਖ ਕੇ ਝੰਡੇ ਵਾਢੀ ਸਾਡੇ ਸਿੱਖ ਦੇ ਕੋਲੋਂ ਅਰਦਾਸ ਕਰਾਉਣੀ ਹੈ, ਉਸੇ ਵੇਲੇ ਅਸੀਂ ਆ ਕੇ ਹਾਜ਼ਰ ਹੋਵਾਂਗੇ, ਤੇਰੀ ਭਾਵਨਾ ਪੂਰੀ ਕਰਾਂਗੇ। ਇਉਂ ਵਚਨ ਕਰਕੇ ਸਤਿਗੁਰੂ ਨੇ ਬਹੁਤ ਹੌਸਲਾ ਧੀਰਜ ਦਿੱਤਾ ਰਾਜੇ ਨੂੰ। ਇਸ ਰਾਜੇ ਨੂੰ ਸਤਿਗੁਰੂ ਜੀ ਨੇ ਹੌਸਲਾ ਦਿੱਤਾ, ਜਿਹੜੇ ਜੱਗ ਦਾ ਮੂਲ, ਜੱਗ ਦਾ ਕਾਰਨ ਹਨ, ਜਗਤ ਨੂੰ ਪੈਦਾ ਕਰਨ ਵਾਲੇ ਹਨ। ਸਾਰੇ ਨਗਰ ਦੇ ਮਨੁੱਖ ਸੰਗਤ ਆ ਕੇ ਮਿਲੀ ਸਤਿਗੁਰੂ ਨੂੰ। ਝੰਡਾ ਵਾਢੀ ਤੋਂ ਆਦਿਕ ਲੈ ਕੇ ਜਿੰਨੇ ਵੀ ਸਿੱਖ ਹਨ, ਜਿੰਨੇ ਉਹਦੇ ਘਰ ਵਿੱਚ ਇਕੱਤਰ ਹੋਏ ਸਨ, ਸਾਰੀ ਸੰਗਤ ਸਤਿਗੁਰੂ ਦੇ ਦਰਸ਼ਨ ਕਰਨ ਪਹੁੰਚੀ। ਇਹਨਾਂ ਨੂੰ ਧੀਰਜ ਦੇ ਕੇ, ਹੌਸਲਾ ਦੇ ਕੇ ਸਤਿਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਬਾਲਾ, ਭਾਈ ਮਰਦਾਨਾ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸਥਾਨ ਕੀਤਾ। ਉਸ ਜਗ੍ਹਾ ਤੋਂ ਵਿਦਾਇਗੀ ਲਈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਅੱਗੇ ਸਾਧ ਸੰਗਤ ਜੀ ਪਹੁੰਚਣਗੇ ਰਾਜੇ ਮਧੁਰ ਬੈਨ ਨੂੰ, ਉੱਥੇ ਜਾ ਕੇ ਦਰਸ਼ਨ ਦਿਦਾਰੇ ਦੇਣਗੇ, ਸ਼ੁਭ ਉਪਦੇਸ਼ ਦੇਣਗੇ, ਦੇਵਦੂਤ ਰਾਖਸ਼ ਨੂੰ ਸਿੱਧੇ ਰਸਤੇ ਪਾਉਣਗੇ। ਸੋ ਸਾਧ ਸੰਗਤ ਜੀ ਇਹ ਪ੍ਰਸੰਗ ਜਿਹੜਾ ਕੱਲ੍ਹ ਦੇ ਦੀਵਾਨ ਵਿੱਚ ਆਵੇਗਾ, ਆਪਾਂ ਰਲ ਮਿਲ ਕੇ ਗੁਰਮਤਿ ਕਥਾ ਵਿਚਾਰਾਂ ਦੀ, ਸਤਿਗੁਰੂ ਜੀ ਦੇ ਸੁੰਦਰ ਜੀਵਨ ਦੀ ਸਾਂਝ ਇਸੇ ਪ੍ਰਕਾਰ ਗੁਰੂ ਕਿਰਪਾ ਦੁਆਰਾ ਕਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਗੁਰਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਅੰਗ ਸੰਗ ਵਰਤ ਕੇ ਲੈਂਦੇ ਰਹਿਣ। ਸੇਵਾ ਅਤੇ ਸਿਮਰਨ ਦੇ ਨਾਲ ਨਿਵਾਜਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਬੇਨਤੀ ਦੇ ਵਿੱਚ ਹਾਜ਼ਰ ਹੋਈਏ ਜੀ।
ਝੰਡੇ